ਤੁਸੀਂ ਜਿਵੇਂ ਦੇਖ ਰਹੇ ਸੀ ਵੀਡੀਓ, ਇੱਕ ਵੀਡੀਓ ਕਲਿੱਪ ਅਸੀਂ ਤੁਹਾਨੂੰ ਹੋਰ ਦਿਖਾਵਾਂਗੇ ਜਿਹਦੇ ਵਿੱਚ ਜਲੰਧਰ ਦੇ ਵਿੱਚ ਜਦੋਂ ਰੱਥ ਯਾਤਰਾ ਪਹੁੰਚੀ ਤੇ ਉਸ ਦੌਰਾਨ ਜੋ ਸਿੰਘਾਂ ਨੇ ਉਸ ਦਾ ਵਿਰੋਧ ਕੀਤਾ। ਅਸੀਂ ਤੁਹਾਡੇ ਪਰਮਿੰਦਰਪਾਲ ਸਿੰਘ ਜੀ ਖਾਲਸਾ ਜੀ ਹੋਰਾਂ ਨਾਲ ਵੀ ਗੱਲਬਾਤ ਕਰਾਵਾਂਗੇ ਜੋ ਇੰਡੀਆ ਦੇ ਵਿੱਚ ਜਲੰਧਰ ਹਨ। ਉਹ ਵੀ ਤੁਹਾਨੂੰ ਜਾਣਕਾਰੀ ਦੇਣਗੇ, ਦੱਸਣਗੇ ਕਿ ਉੱਥੇ ਕੱਲ੍ਹ ਕੀ ਬੀਤਿਆ। ਖਾਸ ਕਰਕੇ ਗੱਲ ਇਹ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਜੋ ਕਾਲੇ ਝੰਡੇ ਦਿਖਾਏ ਗਏ ਅੰਨਾ ਹਜ਼ਾਰੇ ਟੀਮ ਵੱਲੋਂ ਉਹ ਗਲਤ ਸਨ। ਉਸ ਚੀਜ਼ ਦਾ ਵਿਰੋਧ ਕਰਦਿਆਂ ਹੋਇਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਕੱਲ੍ਹ ਜਲੰਧਰ ਵਿਖੇ ਉਹਨਾਂ ਦਾ ਵਿਰੋਧ ਕੀਤਾ ਗਿਆ। ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਔਰ ਉਹਨਾਂ ਦੀ ਰੱਥ ਜਿਹੜੀ ਸੀਗੀ ਉਸ ਨੂੰ ਰੋਕਿਆ ਗਿਆ। ਔਰ ਰੱਥ ਰੋਕਣ ਤੋਂ ਬਾਅਦ ਜਦੋਂ ਅੰਨਾ ਹਜ਼ਾਰੇ ਟੀਮ ਦੇ ਨਾਲ ਥੋੜ੍ਹੀ ਬਹੁਤ ਆਪਸੀ ਹੱਥਾਪਾਈ ਹੋਣ ਤੱਕ ਦੀ ਵੀ ਗੱਲ ਨੌਬਤ ਆਈ, ਪਰ ਅੰਨਾ ਹਜ਼ਾਰੇ ਟੀਮ ਨੇ ਇਸ ਗੱਲ 'ਤੇ ਉਹਨਾਂ ਨੇ ਮਾफ़ੀ ਮੰਗੀ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋਈ ਹੈ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਜੋ ਕਾਲੀਆਂ ਝੰਡੀਆਂ ਦਿਖਾਈਆਂ। ਗੱਲ ਇੱਥੇ ਆਉਂਦੀ ਹੈ ਕਿ ਉਹਨਾਂ ਸਿੰਘਾਂ ਦਾ ਕਿੰਨਾ ਹੌਸਲਾ, ਕਿੰਨੀ ਦਲੇਰੀ ਵਾਲਾ ਕੰਮ ਹੈ। ਸ਼ਾਬਾਸ਼ ਹੈ ਉਹਨਾਂ ਸਿੰਘਾਂ ਦੇ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਬਿਆਨ ਦੇ ਕੇ ਸਾਰਤਾ, ਉਹਨਾਂ 'ਤੇ ਕੋਈ ਕੇਸ ਰਜਿਸਟਰਡ ਨਹੀਂ ਕਰਾਇਆ, ਪਰ ਇਹਨਾਂ ਸਿੰਘਾਂ ਨੇ ਅੰਨਾ ਹਜ਼ਾਰੇ ਟੀਮ ਤੋਂ ਜੋ ਦਰਬਾਰ ਸਾਹਿਬ ਦੇ ਉੱਤੇ ਜੋ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਉਸ ਸਬੰਧ ਦੇ ਵਿੱਚ ਉਹਨਾਂ ਤੋਂ ਮਾफ़ੀ ਮੰਗਵਾਈ। ਔਰ ਉਸ ਤੋਂ ਬਾਅਦ ਅੱਗੇ ਕੀ ਗੱਲਬਾਤ ਵਾਪਰੀ ਆਪਾਂ ਸਭ ਤੋਂ ਪਹਿਲਾਂ ਸਾਰੀ ਜਾਣਕਾਰੀ ਦਾ ਜਾਇਜ਼ਾ ਲੈਂਦੇ ਹਾਂ। ਸਰਦਾਰ ਪਰਮਿੰਦਰਪਾਲ ਸਿੰਘ ਜੀ ਖਾਲਸਾ ਸਾਡੇ ਨਾਲ ਲਾਈਨ 'ਤੇ ਹਾਜ਼ਰ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਪਰਮਿੰਦਰਪਾਲ ਸਿੰਘ ਜੀ ਖਾਲਸਾ ਜੀ, ਆਇਆਂ ਨੂੰ ਸਿੱਖ ਚੈਨਲ ਸਟੂਡੀਓ 'ਤੇ। ਤੁਹਾਨੂੰ ਸਾਰੀਆਂ ਹੀ ਸੰਗਤਾਂ ਪੂਰੇ ਯੂਰਪ ਦੇ ਵਿੱਚ ਸਿੱਖ ਚੈਨਲ ਰਾਹੀਂ ਸੁਣ ਰਹੀਆਂ ਹਨ ਔਰ ਇੰਟਰਨੈਟ ਦੇ ਜ਼ਰੀਏ ਪੂਰੇ ਦੁਨੀਆ ਤੱਕ ਤੁਹਾਡੀ ਆਵਾਜ਼ ਸੁਣੀ ਜਾ ਰਹੀ ਹੈ। ਔਰ ਜੋ ਅੰਨਾ ਹਜ਼ਾਰੇ ਟੀਮ ਕੱਲ੍ਹ ਪਹੁੰਚੀ, ਤੁਸੀਂ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ, ਇਹਦੇ ਪਿੱਛੇ ਕੀ ਕਾਰਨ ਸੀ ਔਰ ਉਹ ਤੁਸੀਂ ਕਿਉਂ ਦਿਖਾਈਆਂ ਅਤੇ ਉਹਦਾ ਪ੍ਰਤੀਕਰਮ ਕੀ ਹੋਇਆ, ਇਹ ਸਾਰੀ ਜਾਣਕਾਰੀ ਤੁਸੀਂ ਸਾਰੀਆਂ ਸੰਗਤਾਂ ਨੂੰ ਸਿੱਖ ਚੈਨਲ ਦੇ ਜ਼ਰੀਏ ਦੇਣੀ ਹੈ। ਹਾਂਜੀ ਖਾਲਸਾ ਜੀ। ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਨੂੰ ਤੇ ਯੂਰਪ ਦੀਆਂ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡਾ ਵੀ ਮੇਰੇ ਸਾਰੇ ਸਾਥੀਆਂ ਵੱਲੋਂ ਜੀ, ਔਰ ਇੱਥੇ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਜੀ। ਔਰ ਜਿਹੜਾ ਜੀ ਅੰਨਾ ਦੀ ਟੀਮ ਨੂੰ ਹਜ਼ਾਰਾਂ ਦੀ ਜਿਹੜੀ ਟੀਮ ਸੀ, ਹਾਂਜੀ, ਉਹਨੂੰ ਕਾਲੀਆਂ ਝੰਡੀਆਂ ਦਿਖਾਈਆਂ ਨੇ, ਉਹਦਾ ਇੱਕ ਬੜਾ ਮਕਸਦ ਸੀ ਜੀ, ਕਿਉਂਕਿ ਨਵੇਂ ਸਾਲ ਦੀ ਆਮਦ ਤੇ 2012 ਪਹਿਲੀ ਜਨਵਰੀ ਨੂੰ ਪ੍ਰਧਾਨ ਮੰਤਰੀ ਜੀ ਮਨਮੋਹਨ ਸਿੰਘ ਭਾਰਤ ਦੇ ਜਦੋਂ ਦਰਬਾਰ ਸਾਹਿਬ ਦਰਸ਼ਨਾਂ ਕਰਨ ਲਈ ਆਪਣੇ ਪਰਿਵਾਰ ਸਮੇਤ ਗੁਰੂ ਮਹਾਰਾਜ ਦੀਆਂ ਅਸੀਸਾਂ ਲੈਣ ਲਈ ਜੀ ਦਰਬਾਰ ਸਾਹਿਬ ਪਹੁੰਚੇ ਤੇ ਉੱਥੇ ਅੰਨਾ ਦੀ ਟੀਮ ਨੇ ਹਾਂਜੀ ਉੱਥੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜੀ। ਸਿੱਖ ਧਰਮ ਦੇ ਵਿੱਚ ਦਰਬਾਰ ਸਾਹਿਬ ਜਿਹੜਾ ਸਾਡਾ ਸਭ ਤੋਂ ਸਰਵੋੱਚ ਕੇਂਦਰੀ ਸਥਾਨ ਹੈ ਜੀ, ਜਿੱਥੇ ਬਾਰੇ ਅਸੀਂ ਕਹਿੰਦੇ ਹਾਂ ਵੀ ਜਿੱਥੇ ਸਭੇ ਥਾਉ ਨਹੀਂ ਤੁਜਿਆ ਜੀ, ਔਰ ਚਾਰ ਦਰਵਾਜ਼ੇ ਸਾਰੇ ਧਰਮਾਂ ਸਾਰੇ ਵਰਨਾਂ ਲਈ ਖੁੱਲੇ ਹਨ, ਹਾਂਜੀ, ਜਿੱਥੇ ਸਿੱਖ ਸ਼ਕਤੀ ਤੇ ਭਗਤੀ ਦੋਨੋਂ ਚੀਜ਼ਾਂ ਲੈਂਦੇ ਹਨ ਜੀ। ਔਰ ਸਰੋਵਰ ਦੀ ਪ੍ਰਥਾ, ਲੰਗਰ ਦੀ ਪ੍ਰਥਾ ਦੱਸਦੀ ਹੈ ਕਿ ਉੱਥੇ ਕੋਈ ਊਚ ਨੀਚ ਦਾ ਭੇਦਭਾਵ ਨਹੀਂ। ਹਾਂਜੀ। ਲੇਕਿਨ ਜਿਹੜੇ ਪ੍ਰਧਾਨ ਮੰਤਰੀ ਦਾ ਜਿਹੜਾ ਸੀ ਇਹ ਪਰਸਨਲ ਪ੍ਰੋਗਰਾਮ ਸੀ, ਇੱਕ ਫੈਮਿਲੀ ਦਾ ਪ੍ਰੋਗਰਾਮ ਸੀ ਜੀ। ਨਵੇਂ ਸਾਲ ਦੇ ਦਿਨ ਆਪਣੀ ਧਰਮ ਪਤਨੀ ਦੇ ਨਾਲ ਉਹ ਦਰਸ਼ਨ ਕਰਨ ਲਈ ਆਪਣੀ ਸਰਦਾਰਨੀ ਦੇ ਨਾਲ ਉੱਥੇ ਆਏ ਜੀ। ਤੇ ਅਗਰ ਅੰਨਾ ਦੀ ਟੀਮ ਨੇ ਕੋਈ ਪ੍ਰੋਟੈਸਟ ਕਰਨਾ ਹੀ ਸੀ ਹਾਂਜੀ, ਤੇ ਉਹ ਭਾਵੇਂ 에ਅਰਪੋਰਟ ਦੇ ਬਾਹਰ ਕਰ ਲੈਂਦੇ ਜਾਂ ਰਾਹ 'ਚ ਕਿੱਥੇ ਕਰ ਲੈਂਦੇ, ਜਲਿਆਂਵਾਲਾ ਬਾਗ ਕਰ ਲੈਂਦੇ, ਹਾਂਜੀ, ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਜੀ। ਲੇਕਿਨ ਦਰਬਾਰ ਸਾਹਿਬ ਦੇ ਵਿੱਚ ਬਾਹਰ ਉਹਨਾਂ ਨੇ ਜੋ ਕਰਤੂਤ ਕੀਤੀ, ਕਾਲੀਆਂ ਝੰਡੀਆਂ ਦਿਖਾਈਆਂ ਹਾਂਜੀ, ਔਰ ਨਾਅਰੇਬਾਜ਼ੀ ਕੀਤੀ, ਜਿਹਨੂੰ ਇੱਕ ਮੈਂ ਸਮਝਦਾ ਜਿਹੜਾ ਸਿੱਖ ਹੈ ਜੀ, ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਜੀ। ਕਿਉਂਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਦੇ ਲਈ ਔਰ ਦਰਬਾਰ ਸਾਹਿਬ ਦੇ ਸ਼ਾਨੋ ਸ਼ੌਕਤ ਦੇ ਲਈ ਜੀ, ਔਰ ਕੋਈ ਉੱਥੇ ਦੀ ਬੇਦਬੀ ਕਰੇ, ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇ, ਜੀ, ਤੇ ਇੱਕ ਮੈਂ ਸਮਝਦਾ ਸੱਚਾ ਸਿੱਖ ਹੀ, ਸੱਚਾ ਪੰਜਾਬੀ ਵੀ ਜਿਹੜਾ ਹੈ ਹਾਂਜੀ, ਉਹ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਕਿਉਂਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜੀ। ਬਿਲਕੁਲ ਜੀ। ਤਾਂ ਜਿੱਥੇ ਪ੍ਰਚਾਰ ਹੁੰਦਾ ਗੁਰੂਆਂ ਦਾ, ਗੁਰੂ ਗ੍ਰੰਥ ਸਾਹਿਬ ਦਾ, ਹਾਂਜੀ, ਔਰ ਜਿੱਥੇ ਸਾਰਿਆਂ ਲਈ ਜਿਹੜਾ ਇੱਕ ਜਿਹੜਾ ਰਸਤੇ ਜਿਹੜੇ ਉੱਥੇ ਖੁੱਲੇ ਹਨ ਜੀ, ਉੱਥੇ ਇਹੋ ਜਿਹੇ ਪ੍ਰਦਰਸ਼ਨ ਕਰਨੇ ਮੈਂ ਸਮਝਦਾ ਕਿ ਇਹ ਅੰਨਾ ਦੀ ਟੀਮ ਦੇ ਪਿੱਛੇ ਬੜੀ ਵੱਡੀ ਕੋਈ ਸਾਜ਼ਿਸ਼ ਹੈ, ਹਾਂਜੀ, ਕੋਈ ਬੜਾ ਵੱਡਾ ਦਿਮਾਗ ਹੈ ਜੀ, RSS ਦਾ ਔਰ RSS ਦੇ ਏਜੰਟਾਂ ਦਾ,
ਜੀ ਜਿਹੜੇ ਕਿ ਉੱਥੇ ਦੀ ਜਿਹੜੀ ਪਵਿੱਤਰਤਾ ਨੂੰ ਭੰਗ ਕਰਨ ਲਈ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਹਾਂਜੀ ਔਰ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ। ਜੀ ਔਰ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਹਦੇ ਪਿੱਛੇ ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਚੁੱਪ ਬੈਠੀ ਹੈ। ਹਾਂਜੀ ਸ਼੍ਰੋਮਣੀ ਅਕਾਲੀ ਦਲ ਚੁੱਪ ਬੈਠਾ ਹੈ। ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਬੈਠੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਕੋਲੋਂ ਵੀ ਜੀ ਕਿ ਜਿਹੜੀ ਟਾਸਕ ਫੋਰਸ ਉੱਤੇ ਐਡੀ ਹਜ਼ਾਰਾਂ ਦੀ ਗਿਣਤੀ 'ਚ ਲੱਗੀ ਹੈ, ਉਥੇ ਲੱਖਾਂ ਕਰੋੜਾਂ ਦਾ ਹਾਂਜੀ ਉਹਦਾ ਬਜਟ ਹੈ, ਕਿ ਉਹ ਸਿੱਖਾਂ ਨੂੰ ਕੁੱਟਣ ਲਈ ਹੈ? ਜੀ ਟਾਸਕ ਫੋਰਸ ਉੱਤੇ ਕੀ ਕਰ ਰਹੀ ਸੀ? ਔਰ ਜਿਹੜੇ ਇਹਨਾਂ ਦੇ ਕਲੋਜ਼ ਸੀਕ੍ਰੇਟ ਕੈਮਰੇ ਸਨ ਹਾਂਜੀ ਉਹਨਾਂ ਵਿੱਚ ਸਾਰਿਆਂ ਦੀਆਂ ਫੋਟੋਆਂ ਨੇ, ਹਾਂਜੀ ਇਹਨਾਂ ਨੇ ਕਿਉਂ ਨਹੀਂ ਕੇਸ ਦਰਜ ਕਰਾਏ? ਜੀ ਇਹਨਾਂ ਨੇ ਖਾਲਸਾ ਜੀ ਬਿਆਨ ਦਿੱਤਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਸੀਸੀਟੀਵੀ ਕੈਮਰਿਆਂ ਚੋਂ ਦੇਖ ਕੇ ਅੰਨਾ ਹਜ਼ਾਰੇ ਟੀਮ ਦੇ ਅਗੇਂਸਟ ਕੇਸ ਦਰਜ ਕੀਤਾ ਜਾਊਗਾ, ਪਰ ਹਜੇ ਤੱਕ ਕੋਈ ਕੇਸ ਦਰਜ ਕੀਤਾ ਗਿਆ ਕਿ ਨਹੀਂ ਉਹਨਾਂ ਤੇ? ਨਹੀਂ, ਕੋਈ ਕੇਸ ਦਰਜ ਨਹੀਂ ਵੀਰ ਜੀ ਕੀਤਾ ਗਿਆ। ਹਾਂਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਵੀ ਖਾਲੀ ਇੱਕ ਬਿਆਨ ਦਿੱਤਾ ਹੈ। ਹਾਂਜੀ ਮੈਨੂੰ ਤਾਂ ਉਹਨਾਂ ਦੀ ਚੁੱਪੀ ਦੇ ਉੱਤੇ ਵੀ ਜਿਹੜੀ ਹੈ ਇੱਕ ਸੰਦੇਹ ਹੈ। ਠੀਕ ਹੈ ਜੀ। ਔਰ ਦੂਸਰੀ ਗੱਲ, ਜਦੋਂ ਪਹੁੰਚੀ ਅੰਨਾ ਹਜ਼ਾਰੇ ਟੀਮ ਜਲੰਧਰ ਦੇ ਵਿੱਚ ਤੇ ਉੱਥੇ ਤੁਹਾਡੇ ਵੱਲੋਂ ਕਿਦਾਂ ਦਾ ਪ੍ਰਤੀਕਰਮ ਕੀਤਾ ਗਿਆ ਜੀ, ਕਿਦਾਂ ਦਾ ਵਿਰੋਧ ਕੀਤਾ ਗਿਆ? ਕਰਕੇ ਦੇਖੋ, ਅੰਨਾ ਟੀਮ ਅਗਰ ਪ੍ਰਚਾਰ ਕਰਦੀ ਹੈ ਕੋਈ ਕਿਸੇ ਕਿਸਮ ਦਾ ਹਾਂਜੀ ਬਈ ਕਰਪਸ਼ਨ ਨਹੀਂ ਹੋਣੀ ਚਾਹੀਦੀ ਤੇ ਅਸੀਂ ਉਹਦੇ ਹੱਕ 'ਚ ਹਾਂ। ਹਾਂਜੀ ਸਿੱਖ ਜਿਹੜਾ ਹਮੇਸ਼ਾ ਕਰਪਸ਼ਨ ਦੇ ਖਿਲਾਫ ਰਿਹਾ ਹੈ, ਹਾਂਜੀ ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ ਜੀ। ਲੇਕਿਨ ਜਦੋਂ ਤੁਸੀਂ ਝੰਡੀਆਂ ਦਿਖਾਓਗੇ ਤਾਂ ਫਿਰ ਅੱਗੋਂ ਝੰਡੀਆਂ ਹੀ ਮਿਲਣੀਆਂ ਨੇ। ਹਾਂਜੀ ਤੇ ਉਹ ਸਾਡੇ ਇੱਥੇ ਜਲੰਧਰ ਦੀਆਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਸਨ ਉਹਨਾਂ 'ਚ ਬੜਾ ਭਾਰੀ ਰੋਸ ਸੀ। ਹਾਂਜੀ ਤੇ ਜਦੋਂ ਉਹਨਾਂ ਦੀ ਟੀਮ ਇੱਥੇ ਐਂਟਰ ਕੀਤੀ, ਹਾਂਜੀ ਅਸੀਂ ਉਹਨਾਂ ਦੇ ਅੱਗੇ ਜਿਹੜਾ ਗੱਡੀਆਂ ਦੇ ਖੜੇ ਹੋ ਗਏ, ਅਸੀਂ ਕਿਹਾ ਜੀ ਤੁਹਾਨੂੰ ਕਿਸੇ ਕੀਮਤ ਅਸੀਂ ਜਲੰਧਰ ਦਾ ਮਾਹੌਲ ਸਾਨੂੰ ਇੱਕ ਸ਼ੱਕ ਹੈ ਵੀਰ ਜੀ ਵੀ ਇਹ ਪੰਜਾਬ ਦਾ ਮਾਹੌਲ ਇੱਕ ਫਿਰ ਖਰਾਬ ਕਰਨਾ ਚਾਹੁੰਦੇ ਨੇ। ਹਾਂਜੀ ਅਸੀਂ ਫਿਰਕੂ ਦੰਗੇ ਕਰਾਉਣਾ ਚਾਹੁੰਦੇ ਹਨ। ਹਾਂਜੀ ਅਸੀਂ ਉਹਨਾਂ ਦੀ ਟੀਮ ਨੂੰ ਅਸੀਂ ਜਿਹੜਾ ਉਹਨਾਂ ਦਾ ਬਾਈਕਾਟ ਕੀਤਾ। ਹਾਂਜੀ ਔਰ ਅੱਗੇ ਅਸੀਂ ਇਹਨਾਂ ਨੂੰ ਕਾਲੇ ਝੰਡੇ ਦਿਖਾਏ ਔਰ ਸਲੋਗਨ ਜਿਹੜੇ ਲਿਖੇ ਹੋਏ ਸਨ ਹਾਂਜੀ ਉਹਦੇ ਵਿੱਚ 3 ਤਰ੍ਹਾਂ ਦੇ ਸਲੋਗਨ ਸਨ। ਹਾਂਜੀ ਇੱਕ ਤੇ ਸੀ RSS ਦੇ ਏਜੰਟ ਮੁਰਦਾਬਾਦ, ਅੰਨਾ ਟੀਮ ਮੁਰਦਾਬਾਦ, ਹਾਂਜੀ ਤੇ ਤੀਜਾ ਸੀ ਵੀ ਦਰਬਾਰ ਸਾਹਿਬ ਦੀ ਸ਼ਾਂਤੀ ਜਿਹੜੀ ਹੈ ਹਾਂਜੀ ਉਹ ਭੰਗ ਕਰਨ ਵਾਲੇ ਵਾਪਸ ਜਾਓ। ਹਾਂਜੀ ਦਰਬਾਰ ਸਾਹਿਬ ਦੀ ਸ਼ਾਂਤੀ ਜਿਹੜੀ ਹੈ ਬੇਦਬੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਜੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਹਾਂਜੀ। ਕਿ ਅਸੀਂ ਮੈਂ ਵੇਖਿਆ ਨੌਜਵਾਨਾਂ 'ਚ ਐਡਾ ਕੁ ਮਤਲਬ ਜੋਸ਼ ਸੀ ਹਾਂਜੀ। ਔਰ ਹੋਸ਼ ਦੇ ਨਾਲ ਹਾਂਜੀ। ਉਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਕਿਸੇ ਕੀਮਤ ਦੇ ਉੱਤੇ ਤੁਹਾਨੂੰ ਅੱਗੇ ਨਹੀਂ ਜਾਣ ਦਿਆਂਗੇ ਔਰ ਰਸਤਾ ਰੋਕਤਾ ਉਹਨਾਂ ਦਾ। ਜੀ। ਉਹਨਾਂ ਦੀ ਟੀਮ ਨੇ ਫਿਰ ਮਾਫੀ ਮੰਗੀ ਉੱਥੇ ਉੱਥੇ ਲਾਊਡ ਸਪੀਕਰਾਂ ਤੇ ਗੱਡੀਆਂ ਤੇ ਚੜ੍ਹ ਕੇ। ਹਾਂਜੀ। ਵੀ ਸਾਨੂੰ ਬਹੁਤ ਵੱਡਾ ਅਫਸੋਸ ਹੈ ਹਾਂਜੀ। ਔਰ ਅਸੀਂ ਮਾਫੀ ਮੰਗਨੇ ਆ ਵੀ ਧਾਰਮਿਕ ਸਥਲ ਜਿਹੜਾ ਹੈ ਦਰਬਾਰ ਸਾਹਿਬ ਜਿਹੜੀ ਹੈ ਕਰਤੂਤ ਅਸੀਂ ਸਾਡੇ ਵੱਲੋਂ ਹੋਈ ਹੈ। ਹਾਂਜੀ। ਕਾਲੀਆਂ ਝੰਡੀਆਂ ਦਿਖਾਈਆਂ ਨੇ, ਅਸੀਂ ਉਹਦੀ ਮਾਫੀ ਮੰਗਨੇ ਆ। ਜੀ। ਉੱਥੇ ਲਗਭਗ 2 ਘੰਟੇ ਸਾਡਾ ਉੱਥੇ ਕਾਫੀ ਉਹਨਾਂ ਦੇ ਨਾਲ ਮਤਲਬ ਸਮਝ ਲਓ ਵੀ ਜ਼ੋਰ ਜਮਾਈ ਵੀ ਹੋਈ। ਜੀ। ਉਸ ਤੋਂ ਬਾਅਦ ਸਾਰੀ ਫੋਰਸ ਉੱਥੇ ਆਈ ਹੈ। ਤੇ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਪੰਜਾਬ ਪੁਲਿਸ ਵੱਲੋਂ, ਪੰਜਾਬ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਤੁਹਾਡੇ ਤੇ ਕੋਈ ਐਕਸ਼ਨ ਤੇ ਨਹੀਂ ਲਿਆ ਗਿਆ? ਬਿਲਕੁਲ ਜੀ, ਸਾਡੇ ਤੇ ਕੇਸ ਦਰਜ ਕਰ ਦਿੱਤੇ ਗਏ ਨੇ ਜੀ, ਮੇਰੇ ਤੇ ਵੀ। ਹਾਂਜੀ। ਮੇਰੇ ਜਿਹੜੇ ਸਾਥੀ ਨੇ 25 ਬੰਦਿਆਂ ਦੇ ਉੱਤੇ, ਜਿਹੜੇ ਵੀਰ ਨੇ ਜੀ, ਹੋਰ ਜਥੇਬੰਦੀਆਂ ਦੇ ਵੀ ਔਰ ਸਾਡੀ ਜਥੇਬੰਦੀ ਦੇ ਜਿਹੜੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਹੈ, ਹੋਰ ਸੁਖਮਨੀ ਸੇਵਾ ਸੁਸਾਇਟੀ, ਹੋਰ ਵੀ ਕਈ ਧਾਰਮਿਕ ਜਥੇਬੰਦੀਆਂ ਸਨ। ਮੇਰੇ 25 ਸਾਥੀਆਂ ਦੇ ਕੇਸ ਦਰਜ ਕੀਤੇ ਗਏ ਨੇ ਔਰ ਮੈਨੂੰ ਅੱਜ ਕੱਲ੍ਹ ਦਾ ਬੜਾ ਅਫਸੋਸ ਹੈ ਕਿ ਇਹਨਾਂ ਦਾ ਚਿਹਰਾ ਜਿਹੜਾ 2 ਚਿਹਰੇ ਨੇ। ਕਿਉਂਕਿ ਦਰਬਾਰ ਸਾਹਿਬ ਜਿਹੜਾ ਉੱਥੇ ਉਹਨਾਂ ਨੇ ਕਾਲੇ ਝੰਡਿਆਂ ਦਾ ਪ੍ਰਦਰਸ਼ਨ ਕੀਤਾ, ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਬੜਾ ਇਹਨਾਂ ਨੂੰ ਕਿਹਾ ਵੀ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ। ਉਹਨਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ, ਜਦਕਿ ਉਹਨਾਂ ਦੀ ਬੜੀ ਵੱਡੀ ਉਹਨਾਂ ਦੀ ਗਲਤੀ ਹੈ ਵੀ ਦਰਬਾਰ ਸਾਹਿਬ ਉਹਨਾਂ ਨੇ ਕਾਲੇ ਝੰਡੇ ਦਿਖਾਏ। ਤੇ ਜਦੋਂ ਅਸੀਂ ਉਹਨਾਂ ਨੂੰ ਕਾਲੇ ਝੰਡੇ ਦਿਖਾਏ, ਸਾਡੇ ਸਾਰਿਆਂ ਤੇ ਕਈ ਤਰ੍ਹਾਂ ਦੀਆਂ ਉਹਨਾਂ ਨੇ ਧਾਰਾਵਾਂ ਲਗਾਤੀਆਂ ਬਈ ਇਹਨਾਂ ਨੇ ਜਿਹੜਾ ਸਾਨੂੰ ਡਰ ਸੀ ਵਾਇਲੇਸ਼ਨ ਦਾ ਔਰ ਰਸਤੇ ਦੇ ਵਿੱਚ ਇਹਨਾਂ ਨੇ ਇਹ ਕੀਤਾ ਔਰ ਬੜੀ ਗੜਬੜ ਹੋਣ ਦਾ ਡਰ ਸੀ, ਸ਼ਾਂਤੀ ਭੰਗ ਕੀਤੀ, ਕਈ ਤਰ੍ਹਾਂ ਦੀਆਂ ਧਾਰਾਵਾਂ ਲਗਾ ਕੇ। ਖਾਲਸਾ ਜੀ ਤੁਸੀਂ ਤੇ ਤੁਹਾਡੀ ਟੀਮ ਨੇ ਜਿਹੜਾ ਦਰਬਾਰ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਜੋ ਇਹ ਸੇਵਾ ਕੀਤੀ ਹੈ, ਸਾਰੀਆਂ ਸੰਗਤਾਂ ਵੱਲੋਂ ਤੁਹਾਡਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਇੱਕ ਬਿਆਨ ਦਿੱਤਾ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਸਿਰਫ ਇੱਕ ਬਿਆਨ ਦਿੱਤਾ ਕਿ ਅਸੀਂ ਕਾਰਵਾਈ ਕਰਾਂਗੇ। ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਪਹਿਲਾ ਕੰਮ ਤੁਸੀਂ ਪ੍ਰੈਸ ਦੇ ਰਾਹੀਂ ਜਿਹੜੇ ਜਥੇਦਾਰ ਜੀ ਹੈਗੇ ਉਹਨਾਂ ਨੂੰ ਉਹ ਸ਼੍ਰੋਮਣੀ ਕਮੇਟੀ ਨੂੰ ਰਿਕੁਐਸਟ ਕੀਤੀ, ਉਹਨਾਂ ਨੇ ਕੋਈ ਰਿਕੁਐਸਟ ਨਹੀਂ ਮੰਨੀ। ਤੁਸੀਂ ਆਪਣੇ ਤੌਰ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਅੰਨਾ ਹਜ਼ਾਰੇ ਟੀਮ ਤੋਂ ਮਾਫੀ ਮੰਗਾਈ ਹੈ, ਉਹਨਾਂ ਨੂੰ ਅਹਿਸਾਸ ਕਰਾਇਆ ਉਹਨਾਂ ਦੀ ਗਲਤੀ ਦਾ। ਬਹੁਤ ਵੱਡੀ ਤੁਹਾਡੀ ਸੇਵਾ ਆ, ਤੁਹਾਡੀ ਸੇਵਾ ਦਾ ਸਾਰੇ ਅਸੀਂ ਸਤਿਕਾਰ ਕਰਦੇ ਹੋਇਆ
ਤੁਹਾਡੇ ਸਾਰੀ ਟੀਮ ਦਾ, ਸਾਰੀਆਂ ਸੰਗਤਾਂ ਦਾ। ਚਾਹਾਂਗਾ ਬਈ ਇਹ ਸਾਡੇ ਤੇ ਜਿੰਨੇ ਮਰਜ਼ੀ ਕੇਸ ਦਰਜ ਕਰ ਲੈਣ ਜੀ, ਜਿੰਨੀਆਂ ਮਰਜ਼ੀ ਵੱਡੀਆਂ ਤੋਂ ਵੱਡੀਆਂ ਧਾਰਾਵਾਂ ਲਗਾ ਲੈਣ, ਹਾਂਜੀ, ਸਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਜੀ, ਕਿਉਂਕਿ ਸਾਨੂੰ ਖੁਸ਼ੀ ਹੈ। ਹਾਂਜੀ, ਅਸੀਂ ਦਰਬਾਰ ਸਾਹਿਬ ਦੇ ਕਰਕੇ ਜੋ ਅਸੀਂ ਕੀਤਾ, ਭਾਵੇਂ ਸਾਨੂੰ ਫਾਂਸੀ ਤੇ ਵੀ ਲਟਕਾ ਦੇਣ, ਸਿੱਖ ਹਮੇਸ਼ਾ ਕੁਰਬਾਨੀਆਂ ਦਿੰਦੇ ਆਏ ਨੇ। ਜੀ, 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 ਕੁਰਬਾਨੀਆਂ ਦੇਾਂਗੇ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਹਾਡੇ ਪੂਰੇ ਪਰਿਵਾਰ ਦਾ, ਤੁਹਾਡੀ ਫੈਮਿਲੀ ਦਾ, ਤੁਹਾਡੇ ਪਿਤਾ ਜੀ ਜਥੇਦਾਰ ਇੰਦਰਜੀਤ ਸਿੰਘ ਹੁਰੀ ਜਿਨ੍ਹਾਂ ਦੀਆਂ ਮਹਾਨ ਸੇਵਾਵਾਂ ਦਿੱਲੀ ਦੇ ਵਿੱਚ ਰਹੀਆਂ, ਔਰ ਤੁਹਾਡੇ ਪੂਰੀ ਫੈਮਿਲੀ ਦੀਆਂ ਜੋ ਸੇਵਾਵਾਂ ਨੂੰ ਅਸੀਂ ਸਤਿਕਾਰ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਬਹੁਤ ਧੰਨਵਾਦ, ਤੁਸੀਂ ਫੋਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਪਰਮਿੰਦਰਪਾਲ ਸਿੰਘ ਜੀ ਖਾਲਸਾ, ਜੋ ਪ੍ਰੈਜ਼ੀਡੈਂਟ ਹੈਗੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ, ਜਿਨ੍ਹਾਂ ਨੇ ਸਾਰੀਆਂ ਸੰਗਤਾਂ ਦੇ ਨਾਲ ਜੋ ਵਿਰੋਧ ਕੀਤਾ ਅੰਨਾ ਹਜ਼ਾਰੇ ਟੀਮ ਦਾ, ਉਹ ਤੁਸੀਂ ਆਪ ਸੁਣਿਆ ਹੈ। ਆਪਾਂ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲਦੇ ਜੀ? ਮੈਂ ਜੀ ਸੁਰਿੰਦਰਪਾਲ ਸਿੰਘ ਗੋਲਡੀ ਬੋਲ ਰਿਹਾ ਜੀ, ਜਲੰਧਰ ਤੋਂ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦਾ ਸਕੱਤਰ ਜਨਰਲ ਜੀ। ਮੈਂ ਜੀ ਧੰਨਵਾਦ ਸੁਰਿੰਦਰਪਾਲ ਸਿੰਘ ਜੀ ਤੁਹਾਡਾ, ਜੋ ਤੁਸੀਂ ਇਹ ਸੇਵਾ ਕੀਤੀ ਹੈਗੀ ਹੈ, ਔਰ ਇਸ ਸਬੰਧ ਦੇ ਵਿੱਚ ਖਾਲਸਾ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈਗੀ ਹੈ, ਔਰ ਜੋ ਤੁਹਾਡੇ ਤੇ ਕੇਸ ਪਾਏ ਗਏ ਆ, ਜਿਵੇਂ ਖਾਲਸਾ ਜੀ ਨੇ ਦੱਸਿਆ, ਔਰ ਕਿਸ ਤਰ੍ਹਾਂ ਦੇ ਕੇਸ ਪਾਏ ਗਏ ਆ, ਔਰ ਕਿਸ ਇਹ ਦਬਾਅ ਹੇਠ ਤੁਹਾਡੇ ਤੇ ਕੇਸ ਪਾਏ ਗਏ ਆ ਜੀ। ਜੀ ਵੀਰ ਜੀ, ਮੇਰੀ ਸਭ ਤੋਂ ਪਹਿਲੀ ਤਾਂ ਬੇਨਤੀ ਹੈ ਜੀ, ਤੁਸੀਂ ਜੋ ਧੰਨਵਾਦ ਲਫ਼ਜ਼ ਯੂਜ਼ ਕਰ ਰਹੇ ਹੋ, ਇਹਦੇ ਵਾਸਤੇ ਮੈਂ ਮਾਫੀ ਚਾਹਾਂਗਾ ਜੀ। ਇਹਦੇ ਵਿੱਚ ਧੰਨਵਾਦ ਵਾਲੀ ਕੋਈ ਗੱਲ ਨਹੀਂ ਜੀ। ਕੌਮ ਦੇ ਉੱਤੇ ਜਿਸ ਤਰ੍ਹਾਂ ਦੀਆਂ ਭੀੜਾਂ ਪੈ ਰਹੀਆਂ ਨੇ, ਜਿਸ ਤਰ੍ਹਾਂ ਦਾ ਅੱਜ ਮਾਹੌਲ ਕੌਮ ਦੇ ਵਾਸਤੇ ਸਿਰਜਿਆ ਜਾ ਰਿਹਾ ਹੈ ਹਿੰਦੁਸਤਾਨ ਦੀ ਸਰਕਾਰ ਵੱਲੋਂ, ਇਹਦੇ ਵਿੱਚ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਅੱਜ ਅੱਗੇ ਵੱਧ ਕੇ ਇਕੱਠੇ ਹੋ ਕੇ ਇੱਕ ਵੱਡੇ ਪੱਧਰ ਤੇ ਇੱਕ ਲਹਿਰ ਚਲਾਈ ਜਾਵੇ, ਜਿਹਦੇ ਨਾਲ ਸਿੱਖੀ ਤੇ ਜੋ ਹਮਲੇ ਹੋ ਰਹੇ ਨੇ ਉਹਨਾਂ ਤੋਂ ਅਸੀਂ ਬਚ ਸਕੀਏ ਔਰ ਕੌਮ ਦੇ ਆਪਣੀ ਚੜ੍ਹਦੀ ਕਲਾ ਕਰ ਸਕੀਏ। ਉਹਦੇ ਵਿੱਚ ਧੰਨਵਾਦ ਲਫ਼ਜ਼ ਦੀ ਕੋਈ ਥਾਂ ਨਹੀਂ ਹੈ ਜੀ। ਉਹਦੇ ਵਿੱਚ ਜਿਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਅੱਜ ਸਿੱਖ ਇੱਕ ਆਵਾਜ਼ ਕਰਕੇ ਹਿੰਦੁਸਤਾਨ ਦੇ ਵਿੱਚ ਜੋ ਜ਼ੁਲਮ ਹੋ ਰਿਹਾ ਉਹਨਾਂ ਦੇ ਵਾਸਤੇ ਕਰ ਰਹੇ, ਅਸੀਂ ਧੰਨਵਾਦੀ ਤਾਂ ਅਸੀਂ ਹਿੰਦੁਸਤਾਨ ਦੇ ਵਿੱਚ ਬੈਠੇ ਜਿਹੜੇ ਸਿੱਖ ਹਾਂ ਉਹ ਹਾਂ, ਬਾਹਰ ਵਾਲੇ ਬੈਠੇ ਸਿੱਖਾਂ ਦੇ ਜੋ ਉੱਥੇ ਆਵਾਜ਼ ਸਾਰੇ, ਜਦ ਕਿ ਇੱਥੇ ਸਿੱਖ ਜੋ ਹਿੰਦੁਸਤਾਨ ਦੇ ਵਿੱਚ ਜੋ ਸਿੱਖ ਵਸ ਰਹੇ ਨੇ ਉਹ ਇਕੱਠੇ ਹੋ ਕੇ ਨਹੀਂ ਆਵਾਜ਼ ਉਠਾ ਰਹੇ। ਸਾਨੂੰ ਉਸ ਗੱਲ ਦਾ ਅਫਸੋਸ ਹੋ ਰਿਹਾ ਹੈ। ਔਰ ਇੱਥੇ ਜਿਸ ਤਰ੍ਹਾਂ ਕੱਲ ਟੀਮ ਅੰਨਾ ਵੱਲੋਂ ਜੋ ਇੱਥੇ ਜਲੰਧਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਜੀ, ਉਹਦੀ ਸਾਨੂੰ ਪਹਿਲੇ ਇਨਫੋਰਮੇਸ਼ਨ ਮਿਲੀ, ਉਹਦੇ ਮੁਤਾਬਕ ਅਸੀਂ ਸਾਰੇ ਜਿੰਨੇ ਕੁ ਵੱਧ ਤੋਂ ਵੱਧ ਵੀਰ ਨੌਜਵਾਨ ਇਕੱਠੇ ਕਰ ਸਕਦੇ ਸੀ ਅਸੀਂ ਕਰਕੇ ਉੱਥੇ ਆਪਣੇ ਜਲੰਧਰ ਦੇ ਵਿੱਚ ਗੁਰੂ ਨਾਨਕ ਮਿਸ਼ਨ ਚੌਂਕ ਹੈ ਜੀ, ਉੱਥੇ ਅਸੀਂ ਡੈਮੋਨਸਟ੍ਰੇਸ਼ਨ ਉਹਨਾਂ ਦੇ ਖਿਲਾਫ ਰੱਖੀ ਸੀਗੀ। ਉੱਥੇ ਉਹਨਾਂ ਦੀਆਂ ਗੱਡੀਆਂ ਜਦੋਂ ਆਈਆਂ ਅਸੀਂ ਉਹਨਾਂ ਨੂੰ ਸੜਕ ਦੇ ਉੱਤੇ ਹੀ ਬੈਠ ਕੇ ਰੋਕ ਲਿਆ, ਉਹਨਾਂ ਦੇ ਕੋਲੋਂ ਮਾਫੀ ਮੰਗਵਾਈ, ਉਹਨਾਂ ਨੇ ਰਿਲਾਈਜ਼ ਤਾਂ ਕੀਤਾ, ਲੇਕਿਨ ਜੋ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਦਬਾਅ ਪਾਇਆ ਗਿਆ। ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਆ ਗਈ। ਉਹਨਾਂ ਨੇ ਦਬਾਅ ਪਾਇਆ ਵੀ ਨਹੀਂ ਤੁਸੀਂ ਇਸ ਤਰ੍ਹਾਂ ਦਾ ਕੋਈ ਨਹੀਂ ਕੰਮ ਕਰੋਗੇ, ਸਾਨੂੰ ਤੋਂ ਇੰਸਟਰਕਸ਼ਨਸ ਨੇ ਵੀ ਇਸ ਤਰ੍ਹਾਂ ਦਾ ਕਿਸੇ ਵੀ ਐਜੀਟੇਸ਼ਨ ਨੂੰ ਕੁਚਲ ਦਿੱਤਾ ਜਾਏਗਾ। ਔਰ ਜਦੋਂ ਅਸੀਂ ਉਹਨਾਂ ਕੋਲੋਂ ਮਾਫੀ ਮੰਗਵਾਉਣ ਤੋਂ ਬਾਅਦ ਤਕਰੀਬਨ ਜਿਸ ਤਰ੍ਹਾਂ ਖਾਲਸਾ ਜੀ ਨੇ ਦੱਸਿਆ 2-2.5 ਘੰਟੇ ਅਸੀਂ ਲਗਾਤਾਰ ਰੋਕ ਕੇ ਉੱਥੇ ਸਾਰੇ ਜਲੰਧਰ ਵਾਸੀਆਂ ਨੂੰ ਵੀ ਜਾਗਰੂਕ ਕਰਵਾਇਆ ਔਰ ਉੱਥੇ ਮੀਡੀਆ ਵੀ ਸਾਰਾ ਸੀ, ਤਾਂ ਕਿ ਅਸੀਂ ਇਸੇ ਕਰਕੇ ਜ਼ਿਆਦਾ ਰੋਕਿਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਿੱਖ ਜਾਗਰਤ ਹੋਣ ਇਸ ਗੱਲ ਵਾਸਤੇ ਵੀ ਸਿੱਖਾਂ ਦਾ ਮੱਕਾ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਜਿਹਦੇ ਵਾਸਤੇ ਅਸੀਂ ਲਫ਼ਜ਼ ਯੂਜ਼ ਕਰਦੇ ਹਾਂ, ਜਿਸ ਸਥਾਨ ਵਾਸਤੇ ਗੁਰੂ ਰਾਮਦਾਸ ਦਾ ਸਥਾਨ ਸ੍ਰੀ ਦਰਬਾਰ ਸਾਹਿਬ, ਉਹਦੇ ਬਾਹਰ ਆ ਕੇ ਕੰਪਲੈਕਸ ਦੇ ਅੰਦਰ ਦਾਖਲ ਹੋ ਕੇ ਜਿੱਥੋਂ ਅਸੀਂ ਚਰਨ ਆਪਣੇ ਪੈਰ ਧੋ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਚ ਐਂਟਰ ਕਰਦੇ ਹਾਂ, ਉਸ ਜਗ੍ਹਾ ਤੱਕ ਪਹੁੰਚ ਕੇ ਇਹਨਾਂ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨਿਮਾਣੇ ਸਿੱਖ ਦੇ ਤੌਰ ਤੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਵਾਸਤੇ ਨਵੇਂ ਸਾਲ ਵਾਲੇ ਦਿਨ ਆਏ ਸਨ, ਉਹਨਾਂ ਨੂੰ ਇਹਨਾਂ ਨੇ ਕਾਲੀਆਂ ਝੰਡੀਆਂ ਇੱਕ ਦਿਖਾਈਆਂ ਔਰ ਕੰਪਲੈਕਸ ਦੇ ਵਿੱਚ ਆ ਕੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਗਾਏ ਔਰ ਜਿਸ ਤਰ੍ਹਾਂ ਦਾ ਹੁੜਦੰਗ ਮਚਾਇਆ, ਉਹ ਬਹੁਤ ਹੀ ਅਫਸੋਸਨਾਕ ਸੀ ਕਾਰਵਾਈ। ਉਹਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਅਫਸੋਸ ਜ਼ਾਹਰ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਉੱਥੇ ਦੀ ਟਾਸਕ ਫੋਰਸ ਹੈ ਜਿਹੜੀ ਕਿ ਕੋਈ ਵੀ ਸਿੱਖ ਮੁੱਦਾ ਅਗਰ ਆਉਂਦਾ ਹੈ ਉਹਦੇ ਤੇ ਕੋਈ ਸਿੱਖ ਜਥੇਬੰਦੀ ਅਗਰ ਕੋਈ ਮਸਲਾ ਲੈ ਕੇ ਉੱਥੇ ਪਹੁੰਚਦੀ ਹੈ ਤਾਂ ਟਾਸਕ ਫੋਰਸ ਜਿਹੜੀ ਹੈ ਉਹ ਕੇਸਾਂ ਤੋਂ ਧੂ ਕਰ ਸਿੱਖ ਨੌਜਵਾਨਾਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਉਹਨਾਂ ਦਾ ਜ਼ਬਰ ਜ਼ੁਲਮ ਹੁੰਦਾ ਉਹਨਾਂ ਤੇ। ਲੇਕਿਨ
ਇਸ ਮਸਲੇ ਤੇ ਉਹ ਜੋ ਟੀਮ ਅੰਨਾ ਦੇ ਜੋ ਇੰਡੀਆ ਅਗੇਂਸਟ ਕਰਪਸ਼ਨ ਦੇ ਨਾਂ ਦੀ ਉੱਥੇ ਦੀ ਜਥੇਬੰਦੀ ਸੀ ਅੰਮ੍ਰਿਤਸਰ ਦੀ, ਉਹਨਾਂ ਦੇ ਕਾਰਕੁਨ ਸੀ, ਜਦੋਂ ਪਹੁੰਚੇ ਉਹਨਾਂ ਨੇ ਪਹਿਲੇ ਤਾਂ ਇੱਥੇ ਸਾਰਾ ਹੁੜਦੰਗ ਮਚਾਇਆ, ਜਿੰਦਾਬਾਦ ਮੁਰਦਾਬਾਦ ਕੀਤੀ। ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਬਿਠਾ ਕੇ ਚਾਹਾਂ ਪਿਲਾਈਆਂ ਗਈਆਂ ਜੀ, ਉਹਨਾਂ ਨੂੰ ਚਾਹ ਪਿਲਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਬਿਠਾ ਕੇ। ਸਭ ਤੋਂ ਅਫਸੋਸਨਾਕ ਗੱਲ ਤਾਂ ਇਹ ਸੀ। ਸੋ ਚਲੋ ਇਹ ਗੱਲਾਂ ਹੈ ਨੇ ਜੋ ਅੱਜ ਪੰਥ ਦੇ ਵਿੱਚ ਜੋ ਕੁਝ ਵੀ ਸਾਡੇ ਨਾਲ ਹੋ ਰਿਹਾ ਹੈ, ਇਹ ਡਿਊ ਟੂ ਸਾਰੀ ਸਾਡੀ ਲੀਡਰਸ਼ਿਪ ਦੇ ਹੀ ਹੈ। ਤੇ ਉਹਨਾਂ ਦੇ ਅਗੇਂਸਟ ਜਿਵੇਂ ਅੰਨਾ ਹਜ਼ਾਰੇ ਟੀਮ ਦੇ ਅਗੇਂਸਟ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ ਅੰਮ੍ਰਿਤਸਰ ਦਰਬਾਰ ਸਾਹਿਬ, ਲੇਕਿਨ ਤੁਹਾਡੇ ਤੇ ਕੇਸ ਪਾਏ ਗਏ, ਇਹ ਕਾਹਤੋਂ ਪਾਏ ਗਏ, ਇਹਦੇ ਪਿੱਛੇ ਕੀ ਕਾਰਨ ਆ? ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਜੀ ਜਿਹੜੀ ਸਾਡੇ ਸਿਰਾਂ ਤੇ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਦਸਤਾਰ ਹੈ, ਸਾਡੇ ਚਿਹਰੇ ਤੇ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਆ ਸਰੂਪ ਹੈ, ਕੇਸਾ ਸਮੇਤ ਦਾੜਾ ਹੈ। ਉਹ ਵਜ੍ਹਾ ਕਰਕੇ ਸਿੱਖ ਕੌਮ ਦੇ ਉੱਤੇ ਇਸ ਤਰ੍ਹਾਂ ਦੀਆਂ ਹਨੇਰੀਆਂ ਅੱਗੇ ਵੀ ਚੱਲਦੀਆਂ ਰਹੀਆਂ ਹਿੰਦੁਸਤਾਨ 'ਚ, ਔਰ ਅਗਾਂਹ ਵੀ ਸਾਨੂੰ ਉਮੀਦ ਹੈ ਇਸੇ ਤਰ੍ਹਾਂ ਹੀ ਚੱਲਣਾ ਹੈ। ਇੱਥੇ ਸਾਨੂੰ ਕੋਈ ਕਿਸੇ ਤਰੀਕੇ ਦੀ ਸਾਡੇ ਸਿੱਖ ਕੌਮ ਦੀ ਸੁਣਵਾਈ ਪਿਛਲੇ ਸਮੇਂ 'ਚ ਵੀ ਦੌਰਾਨ ਵੀ ਤੁਸੀਂ ਦੇਖਿਆ ਨਹੀਂ ਹੋ ਰਹੀ। ਲੇਕਿਨ ਇਹਦੇ ਨਾਲ ਜਿਵੇਂ ਤੁਸੀਂ ਸਿੱਖੀ ਸਰੂਪ ਦੀ ਗੱਲ ਕੀਤੀ ਹੈ, ਤਾਂ ਇਸ ਟਾਈਮ ਜਿਹੜੀ ਪੰਥਕ ਸਰਕਾਰ ਅਖਵਾਉਣ ਵਾਲੀ ਜਿਹੜੀ ਸਰਕਾਰ ਆ, ਉਹ ਵੀ ਤਾਂ ਸਿੱਖੀ ਸਰੂਪ 'ਚ ਹੈਗੀ ਹੈ। ਨਹੀਂ, ਪੰਥਕ ਸਰਕਾਰ ਨਹੀਂ ਹੈ ਜੀ। ਪੰਥਕ ਸਰਕਾਰ ਜਿਹੜੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ, ਜਿਨ੍ਹਾਂ ਵਿਚਾਰਾਂ ਨੂੰ ਲੈ ਕੇ ਸਥਾਪਨਾ ਹੋਈ ਸੀ, ਉਹਨਾਂ ਵਿਚਾਰਾਂ ਨੂੰ, ਉਹਨਾਂ ਸਿਧਾਂਤਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਤਿਲਾਂਜਲੀ ਦੇ ਚੁੱਕਾ ਹੈ। ਉਹਨਾਂ ਸਿਧਾਂਤਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਥਾਂ ਨਹੀਂ ਹੈ। ਉਹ ਸਿਰਫ ਪੰਜਾਬੀਅਤ ਦੀ ਗੱਲ ਕਰ ਰਹੇ ਹੈ। ਹੁਣ ਤਾਂ ਉਹਦੇ ਤੋਂ ਵੀ ਬਾਹਰ ਹੋ ਕੇ ਉਹਨਾਂ ਨੇ ਇਹਨੂੰ ਨੈਸ਼ਨਲਾਈਜ਼ ਕਰਨ ਵਾਸਤੇ, ਨੈਸ਼ਨਲ ਪਾਰਟੀ ਬਣਾਉਣ ਵਾਸਤੇ ਇਹਦੇ ਵਿੱਚ ਹਰ ਧਰਮ ਦੇ, ਹਰ ਤਰ੍ਹਾਂ ਦੇ, ਹਰ ਫਿਰਕੇ ਦੇ ਲੋਕਾਂ ਨੂੰ ਕਿਹਾ ਵੀ ਇਹਦੇ ਵਿੱਚ ਆਓ। ਔਰ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਕੋਈ ਹੱਕਾਂ ਦੀ ਰਖਵਾਲੀ ਵਾਸਤੇ ਸਪੈਸ਼ਲ ਕਾਰਵਾਈ ਨਹੀਂ ਕਰੇਗਾ। ਇਹ ਸਾਰਿਆਂ ਦੇ ਵਾਸਤੇ ਹੀ ਹੁਣ ਜੋ ਅੱਜ ਮਤਲਬ ਇੱਕ ਸੈਕੂਲਰ ਪਾਰਟੀ ਇਹਨਾਂ ਨੇ ਆਪਣੇ ਆਪ ਨੂੰ ਬਣਾ ਲਿਆ ਹੈ। ਦੂਸਰੀ ਗੱਲ, ਜਿਵੇਂ ਹੁਣ ਸੁਰਿੰਦਰਪਾਲ ਸਿੰਘ ਜੀ, ਜਿਵੇਂ ਇਲੈਕਸ਼ਨ ਨੇੜੇ ਆ ਰਹੇ ਆ, ਕਿ ਇਹਦੇ 'ਚ ਏਦਾਂ ਤਾਂ ਨਹੀਂ ਹੈਗਾ ਕੋਈ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਪਾਰਟੀ ਦੇ ਤੁਹਾਡੇ ਉੱਤੇ ਕੇਸ ਪਾਏ ਗਏ ਆ, ਉਹ ਵੀ ਕੋਈ ਕਾਰਨ ਹੋ ਸਕਦਾ? ਜਿਵੇਂ ਦੇਖੋ ਜੀ, ਇੱਥੇ ਤਾਂ ਅਸੀਂ ਧਾਰਮਿਕ ਜਥੇਬੰਦੀਆਂ ਦੇ ਤੌਰ ਤੇ ਕੀਤਾ ਸੀ ਨਾ ਜੀ, ਇਹ ਜੋ ਡੈਮੋਨਸਟ੍ਰੇਸ਼ਨ ਟੀਮ ਅੰਨਾ ਦੇ ਖਿਲਾਫ ਜੋ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੇ ਕੀਤਾ, ਉਹਦੇ ਤੇ ਸਾਨੂੰ ਬਹੁਤ ਗੁੱਸਾ ਹੈ, ਸਿੱਖ ਕੌਮ ਦੇ ਵਿੱਚ ਬਹੁਤ ਰੋਸ ਹੈ। ਔਰ ਅਸੀਂ ਇਸ ਤਰ੍ਹਾਂ ਦਾ ਕਦੀ ਵੀ ਕੋਈ ਵੀ ਕਾਰਵਾਈ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਇਹ ਜ਼ਾਹਰ ਕਰਨ ਵਾਸਤੇ ਅਸੀਂ ਕੀਤਾ ਸੀਗਾ ਤੇ ਉਹਦੇ ਵਿੱਚ ਸਿੱਖ ਸੇਵਕ ਸੁਸਾਇਟੀ ਵੱਲੋਂ ਹੀ ਅਸੀਂ ਇਹ ਸਾਰਾ ਕੰਮ ਕੀਤਾ ਸੀ। ਲੇਕਿਨ ਪ੍ਰਸ਼ਾਸਨ ਵੱਲੋਂ ਜਿਸ ਤਰੀਕੇ ਨਾਲ ਇੱਥੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਤੇ, ਉਹਦੇ ਤੋਂ ਸਾਨੂੰ ਇਹੀ ਮਹਿਸੂਸ ਹੋ ਰਿਹਾ ਕਿ RSS ਔਰ BJP ਦੇ ਦਬਾਅ ਦੇ ਹੇਠ ਸਾਰਾ ਕੁਝ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕਰ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਬਹੁਤ ਆਪਣਾ ਫਿਰ ਮੈਨੂੰ ਕਹਿਣਾ ਪਏਗਾ ਕਿਉਂਕਿ ਤੁਹਾਡੀਆਂ ਸੇਵਾਵਾਂ ਇੱਦਾਂ ਨੇ, ਕਿਉਂਕਿ ਮੈਂ ਜਾਣਦਾ ਤੁਹਾਡੀਆਂ ਸੇਵਾਵਾਂ, ਜਥੇਦਾਰ ਜੈਮਲ ਸਿੰਘ ਗੁਰੀ ਔਰ ਪਰਮਿੰਦਰਪਾਲ ਸਿੰਘ ਖਾਲਸਾ, ਤੁਸੀਂ, ਤੁਹਾਡਾ ਸਾਰਾ ਪਰਿਵਾਰ, ਨਾਲ ਦੀ ਪੂਰੀ ਟੀਮ। ਦਾਸ ਵੀ ਜਦੋਂ ਇੰਡੀਆ 'ਚ ਸੀ, ਬੜੇ ਲੰਮੇ ਸਮੇਂ ਤੋਂ ਤੁਸੀਂ ਹਮੇਸ਼ਾ ਹੀ ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਦੀ ਰਿਆਇਤ ਮਰਿਆਦਾ ਨੂੰ ਲੈ ਕੇ ਜਾਂ ਜਿਹੜੇ ਪੰਥ ਦੋਖੀ ਡੇਰੇਦਾਰ ਆਸੂਤੋਸ ਭਨਿਆਰੇ ਵਾਲੇ, ਝੂਠਾ ਸਾਧ ਵਰਗੇ ਜਦੋਂ ਵੀ ਕੋਈ ਇੱਦਾਂ ਪੰਥ ਦੇ ਅਗੇਂਸਟ ਕੋਈ ਗੱਲ ਕਰਦੇ ਆ, ਉਹਦੇ ਸਬੰਧ ਵਿੱਚ ਤੁਸੀਂ ਪੂਰਾ ਸੰਘਰਸ਼ ਕੀਤਾ ਔਰ ਸਿੱਖ ਕੌਮ ਦੀ ਪੂਰੀ ਸੇਵਾ ਕੀਤੀ। ਸਾਰੀਆਂ ਸੰਗਤਾਂ ਫਿਰ ਜ਼ਰੂਰ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਸੁਰਿੰਦਰਪਾਲ। ਇੱਕ ਮੈਂ ਹੋਰ ਵੀ ਸੰਗਤਾਂ ਦੇ ਸਾਹਮਣੇ ਕਰਨਾ ਚਾਹੁੰਦਾ ਹਾਂ। ਬਹੁਤ ਦੇਰ ਤੋਂ ਤੁਹਾਡੇ ਨਾਲ ਅਸੀਂ ਫੋਨ ਰਾਹੀਂ ਇਨ ਟੱਚ ਹੈ, ਪਰ ਮੈਂ ਸਾਰੀਆਂ ਸੰਗਤਾਂ ਦੀ ਨਜ਼ਰਾਂ ਵਿੱਚ ਇਹ ਵੀ ਗੱਲ ਲਿਆਉਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ, ਖਾਸ ਕਰਕੇ ਸਾਨੂੰ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ ਭਾਈ ਦਿਲਬਾਗ ਸਿੰਘ ਹੋਣਾ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ। ਜਦੋਂ ਇੱਥੇ ਇਹ ਸਾਡੇ ਕੋਲ ਸੀ ਉਦੋਂ ਵੀ, ਵੈਸੇ ਤਾਂ ਚਲੋ ਹੁਣ ਵੀ ਅਸੀਂ ਚੜ੍ਹਦੀ ਕਲਾ ਚ, ਹੋਰ ਵੀ ਚੜ੍ਹਦੀ ਕਲਾ ਵਾਲੇ ਸਿੰਘ ਬਹੁਤ ਨੇ, ਲੇਕਿਨ ਭਾਈ ਦਿਲਬਾਗ ਸਿੰਘ ਉਹਨਾਂ ਦੇ ਇੱਥੇ ਹੁੰਦਿਆਂ ਜਿਸ ਤਰ੍ਹਾਂ ਦੇ ਇੱਥੇ ਮਸਲੇ ਜਿਸ ਤਰੀਕੇ ਨਾਲ ਹੱਲ ਹੁੰਦੇ ਸੀਗੇ ਔਰ ਜਿੰਨਾ ਇੱਥੇ ਜੋਸ਼ ਸੀ ਨਾ, ਉਸ ਜੋਸ਼ ਵਿੱਚ ਕੁਛ ਨਾ ਕੁਛ ਕਮੀ ਜ਼ਰੂਰ ਆਈ ਹੈ। ਔਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਉੱਥੇ ਬੈਠ ਕੇ ਵੀ ਸਾਡਾ ਹੌਸਲਾ ਵਧਾਉਂਦੇ ਹੋ ਔਰ ਸਾਡੇ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਕਿ ਤੁਸੀਂ ਸਾਡੇ ਵਿੱਚ ਹੀ ਵਿਚਰ ਰਹੇ ਹੋ। ਬਿਲਕੁਲ ਭਾਈ ਸੁਰਿੰਦਰਪਾਲ ਸਿੰਘ ਜੀ, ਤੁਹਾਡੇ ਸਾਰੇ ਵੀਰਾਂ ਭੈਣਾਂ ਭਰਾਵਾਂ ਦੇ ਸਹਿਯੋਗ ਨਾਲ ਹੀ ਸੇਵਾਵਾਂ ਚੱਲਦੀਆਂ ਸੀ ਤੇ ਹੁਣ ਵੀ ਤੁਸੀਂ ਸੇਵਾ ਕਰ ਰਹੇ ਹੋ। ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਸਿੱਖ ਚੈਨਲ ਤੁਹਾਡੇ ਨਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਆਪਣਾ ਸੁਰਿੰਦਰਪਾਲ ਸਿੰਘ ਜੀ ਗੋਲਡੀ,
ਜੋ ਜਨਰਲ ਸੈਕਟਰੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ, ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ। ਤੁਸੀਂ ਸੁਣਿਆ ਹੀ ਹੈ ਕਿ ਕਿਵੇਂ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਅੰਨਾ ਹਜ਼ਾਰੇ ਟੀਮ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਸਰਦਾਰ ਮਨਮੋਹਨ ਸਿੰਘ ਜੀ ਜਦੋਂ ਪਰਿਵਾਰਕ ਦੌਰੇ 'ਤੇ ਆਏ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਉਹਨਾਂ ਨੇ ਮੁਰਦਾਬਾਦ ਦੇ ਜਿਹੜੇ ਸੀ ਇੱਦਾਂ ਦੇ ਜਿਹੜੇ ਲਾਏ ਸੀਗੇ ਨਾਅਰੇ। ਤੇ ਉਸ ਸਬੰਧ ਦੇ ਵਿੱਚ ਸੰਗਤਾਂ ਵੱਲੋਂ ਨੋਟਿਸ ਲਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਹੋਰਾਂ ਨੇ ਵੀ ਇਹ ਬਿਆਨ ਦਿੱਤੇ ਕਿ ਇਹਨਾਂ ਦੇ ਅਗੇਂਸਟ ਅੰਨਾ ਹਜ਼ਾਰੇ ਟੀਮ ਦੇ ਅਗੇਂਸਟ ਅਸੀਂ CCTV 'ਚੋਂ ਵੀਡੀਓਜ਼ ਲੈ ਕੇ ਤੇ ਕੇਸ ਰਜਿਸਟਰ ਕਰਾਵਾਂਗੇ, ਲੇਕਿਨ ਉਹਨਾਂ 'ਤੇ ਕੋਈ ਰਜਿਸਟਰ ਨਹੀਂ ਕਰਾਇਆ ਗਿਆ ਕੇਸ। ਔਰ ਦੂਸਰੀ ਗੱਲ, ਜਿਵੇਂ ਸੁਰਿੰਦਰਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਬਕਾਇਦਾ ਉਹਨਾਂ ਨੂੰ ਆਪਣੇ ਕੰਪਲੈਕਸ ਬਿਠਾ ਕੇ ਚਾਹ ਪਾਣੀ ਪਿਆਇਆ ਗਿਆ। ਔਰ ਉੱਥੇ ਜਿਹੜਾ ਹੈਗਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਰਿਆਦਾ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ। ਅਸੀਂ ਦੇਖ ਹੀ ਰਹੇ ਹਾਂ ਪਿਛਲੇ ਸਮੇਂ ਤੋਂ ਇੱਕ ਰਾਜਨੀਤਿਕ ਦੇ ਅਧੀਨ ਚੱਲ ਰਹੇ ਹੈਗੇ ਹੈ। ਔਰ ਜੋ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੇਵਾਦਾਰਾਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੋ ਉਹਨਾਂ ਨੇ ਜਿਹੜੀ ਮਰਿਆਦਾ ਭੰਗ ਕੀਤੀ ਸੀ, ਉਸ ਦਾ ਪਹਿਲਾਂ ਬੇਨਤੀ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਔਰ ਸ਼੍ਰੋਮਣੀ ਕਮੇਟੀ 'ਤੇ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹਨਾਂ ਸਿੰਘਾਂ ਨੇ ਆਪਣੇ ਤੌਰ 'ਤੇ ਅੰਨਾ ਹਜ਼ਾਰੇ ਟੀਮ ਤੋਂ ਮਾਫੀ ਮੰਗਾਈ ਪੂਰੇ ਮੀਡੀਆ ਦੇ ਵਿੱਚ। ਔਰ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖ ਚੈਨਲ ਰਾਹੀਂ ਵੀ ਇਹ ਮੈਸੇਜ ਗਿਆ ਕਿ ਉਹ ਨੌਜਵਾਨਾਂ ਨੇ, ਉਹਨਾਂ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਔਰ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਬਹਾਲ ਕੀਤਾ। ਔਰ ਤੁਸੀਂ ਵੀ ਫੋਨ 'ਤੇ ਗੱਲਬਾਤ ਕਰ ਸਕਦੇ ਹੋ, ਅਸੀਂ ਤੁਹਾਡੇ ਵਾਸਤੇ ਵੀ ਲਾਈਨਾਂ ਖੋਲਾਂਗੇ, ਤੁਸੀਂ ਵੀ ਇਹਦੇ ਬਾਰੇ ਆਪਣਾ ਰਾਏ ਦੇ ਸਕਦੇ ਹੋ, ਸਲਾਹ ਦੇ ਸਕਦੇ ਹੋ। ਤੇ ਮੈਂ ਇੱਕ ਵਾਰੀ ਪੁੱਛਣਾ ਚਾਹਾਂਗਾ, ਮਨਪ੍ਰੀਤ ਸਿੰਘ ਜੀ ਸਾਡੇ ਨਾਲ ਨੌਜਵਾਨ ਔਰ ਪਰਮਿੰਦਰਪਾਲ ਸਿੰਘ ਜੀ ਖਾਲਸਾ ਜੋ ਪ੍ਰੈਜ਼ੀਡੈਂਟ ਸਿੱਖ ਸਿਵਕ ਸੁਸਾਇਟੀ ਇੰਟਰਨੈਸ਼ਨਲ ਦੇ, ਜੋ ਹੁਣੇ ਹੀ ਫੋਨ 'ਤੇ ਸੀ ਸਾਡੇ ਨਾਲ, ਉਹਨਾਂ ਦੇ ਇਹ ਭਚੰਗੀ ਉਹਨਾਂ ਦੇ ਬੇਟਾ ਹੈਗੇ ਆ। ਭਾਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬੇਟਾ ਵੀ ਜਿਹੜੀ ਇਹ ਗੱਲਬਾਤ ਹੋਈ ਹੈ, ਕੀ ਕਰਨਾ ਇਹਦੇ ਪਿੱਛੇ, ਤੁਹਾਨੂੰ ਕੀ ਲੱਗਦਾ ਹੈ? ਦੇਖੋ ਜੀ, ਇਹ ਜਿਹੜਾ ਮੈਂ ਕਹਾਂਗਾ ਕਿ ਇਹ ਇੰਸੀਡੈਂਟਸ ਤੋਂ ਸਾਨੂੰ ਵੱਡੀ ਪਿਕਚਰ ਵੱਲ ਦੇਖਣਾ ਚਾਹੀਦਾ ਜੀ। ਜਿਹੜੀ ਵੱਡੀ ਪਿਕਚਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਲਸੇ ਬਾਦਲ ਇਹ ਮਿਸਯੂਜ਼ ਕਰ ਰਿਹਾ ਨਾ। ਇੱਕ ਤੇ ਹੁੰਦਾ ਕਿ ਮਰਿਆਦਾ ਦਾ ਖਿਆਲ ਨਾ ਰੱਖਣਾ, ਇੱਕ ਹੁੰਦਾ ਮਿਸਯੂਜ਼ ਕਰਨਾ। ਇਹ ਧਾਰਮਿਕ ਸੰਸਥਾਵਾਂ ਜਿਹੜੀਆਂ ਧਾਰਮਿਕ ਜਗ੍ਹਾਵਾਂ ਨੇ, ਸਾਡੀ ਜਿਹੜੀ ਸਰਵੋਚਮ ਜਗ੍ਹਾ ਹੈ ਅਕਾਲ ਤਖ਼ਤ ਸਾਹਿਬ ਮਹਾਰਾਜ ਤੇ ਦਰਬਾਰ ਸਾਹਿਬ ਨੂੰ ਮਿਸਯੂਜ਼ ਕੀਤਾ ਜਾ ਰਿਹਾ ਆਪਣੇ ਇਲੈਕਸ਼ਨ ਪ੍ਰੋਪੇਗੈਂਡਾ ਆਫਿਸ ਵਜੋਂ। ਤੁਹਾਨੂੰ ਇਹ ਇੰਸੀਡੈਂਟਸ ਤੋਂ ਸਾਫ਼ ਪਤਾ ਲੱਗਦਾ ਵੀ ਅੰਦਰ ਟੀਮਾਂ ਆਉਂਦੀਆਂ ਨੇ, ਇਹਨਾਂ ਦੀ ਟਾਸਕ ਫੋਰਸ ਬਿਲਕੁਲ ਮਤਲਬ ਬਲਾਈਂਡ ਮੈਂ ਕਹਾਂਗਾ ਇਨਵੋਲਵਡ ਹੋਏਗੀ ਰਾਦਰ। ਇਹ ਵੀ ਕਹਿਣਾ ਵੀ ਨਹੀਂ ਅਵੇਅਰ ਨਹੀਂ, ਇਹ ਇਨਵੋਲਵਡ ਨੇ ਹਰ ਚੀਜ਼ ਵਿੱਚ, ਤਾਈਓ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ। ਔਰ ਇਹ ਤੋਂ ਵੱਡੀ ਪਿਕਚਰ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦੀ ਜਿਹੜਾ ਇਹ ਮਿਸਯੂਜ਼ ਹੈ ਇਹ ਸਾਹਮਣੇ ਆਇਆ ਮੈਂ ਕਹਿੰਦਾ ਇਹ ਪੂਰੇ ਇੰਸੀਡੈਂਟਸ ਤੋਂ। ਫਸਟ ਆਫ ਆਲ, ਸੈਕੰਡ ਆਫ ਆਲ ਜਿਹੜੀ ਮੇਨ ਜਿਹੜੀ ਗੱਲ ਅੱਜ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਇਹ ਬਿਲਕੁਲ ਹੀ ਇਹ ਪੂਰੇ ਇੰਸੀਡੈਂਟਸ ਨਾਲ ਇੱਕ ਪਰਦਾਫਾਸ਼ ਜਿਹਾ ਹੁੰਦਾ ਹੈ ਬਈ ਜਿਹੜੇ ਬੰਦੇ ਧਰਮ ਦੇ ਖਿਲਾਫ ਕੰਮ ਕਰ ਰਹੇ ਨੇ, ਜਿਹੜੀਆਂ ਸੰਸਥਾਵਾਂ ਧਰਮ ਦੇ ਖਿਲਾਫ ਕੰਮ ਕਰ ਰਹੀਆਂ, ਉਹ ਉਹਨਾਂ ਦੇ ਵਾਸਤੇ ਤੇ ਇਹਨਾਂ ਕੋਲ ਕੋਈ ਸਜ਼ਾ ਨਹੀਂ ਜਾਂ ਨਾ ਹੀ ਕੋਈ ਪਲੈਨਿੰਗ ਹੈ ਵੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਿੱਤਾ ਜਾਵੇ। ਮੈਂ ਗਾਰੰਟੀਡ ਕਹਾਂਗਾ ਕਿ ਇਹਨਾਂ ਨੇ ਲੈਣਾ ਵੀ ਨਹੀਂ ਹੈ। That is just a show business ਕਿ ਵੀ ਦਿਖਾ ਦਈਏ ਅਸੀਂ ਕਿ ਅਸੀਂ ਧਰਮ ਲਈ ਇੱਛੁਕ ਹਾਂ। ਇਹ ਜਿਹੜਾ ਨਕਾਬ ਹੈ ਸ਼੍ਰੋਮਣੀ ਅਕਾਲੀ ਦਲ ਦੇ ਚਿਹਰੇ ਤੇ, ਮੇਰੇ ਸਾਹਮਣੇ ਇਸ ਇੰਸੀਡੈਂਟਸ ਨਾਲ ਇਹ ਨਕਾਬ ਹੈ ਲੱਥਦਾ ਹੈ ਕਿ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਧਰਮ ਦੇ ਲਈ ਉੱਥੇ ਬੈਠੇ ਸੰਘਰਸ਼ ਕਰ ਰਹੇ ਨੇ ਜਾਂ ਆਪਣਾ ਪਾਰਟ ਪਲੇ ਕਰ ਰਹੇ ਨੇ, ਉਲਟਾ ਉਹਨਾਂ ਤੇ ਆਪਣੇ ਰਾਜ ਦਾ ਮਿਸਯੂਜ਼ ਕਰਦੇ ਇਹਨਾਂ ਨੇ ਪਰਚੇ ਦਰਜ ਕਰਤੇ। ਔਰ ਜਿਹੜੇ ਮਰਿਆਦਾ ਉਲੰਘਣਾ ਕਰਦੇ ਆ ਦਰਬਾਰ ਸਾਹਿਬ, ਉਹਨਾਂ ਨੂੰ ਦਫ਼ਤਰ 'ਚ ਬਿਠਾ ਕੇ ਸਵਾਗਤ ਕੀਤਾ ਜਾਂਦਾ, ਚਾਹ ਪਿਲਾਈ ਜਾਂਦੀ ਹੈਗੀ। ਬਿਲਕੁਲ, ਇਸ ਤੋਂ ਤੁਹਾਨੂੰ ਇੱਕ ਸ਼ੋਅ ਹੁੰਦਾ। ਮੈਂ ਕਹਾਂਗਾ ਕਿ ਇੱਥੇ ਬੈਠੀ ਸੰਗਤਾਂ ਜਾਂ ਪੰਜਾਬ 'ਚ ਬੈਠੇ ਇੱਕ ਲੋਕਾਂ ਦੀ ਸੋਚ, ਮੈਂ ਇੱਕ ਪੁਆਇੰਟ ਲਿਆਉਣਾ ਚਾਹਾਂਗਾ ਕਿ ਲੋਕਾਂ ਦੀ ਸੋਚ ਹੈ ਜੀ ਅਕਾਲੀ ਦਲ ਧਾਰਮਿਕ ਪਾਰਟੀ ਹੈ ਸ਼ੁਰੂ ਤੋਂ, ਫਾਊਂਡੇਸ਼ਨ ਵੱਲੋਂ ਜ਼ਰੂਰ ਰਹੀ ਹੋਏਗੀ ਅਕਾਲੀ ਦਲ ਧਾਰਮਿਕ ਪਾਰਟੀ, ਪਰ ਅੱਜ ਸੰਘਰਸ਼ ਕੀਤਾ ਬੜੇ ਜਿਹੜੇ ਅਕਾਲੀ ਲੀਡਰ, ਅਸੀਂ ਉਹਦੀ ਰਿਸਪੈਕਟ ਕਰਦੇ ਹਾਂ, ਅਸੀਂ ਖੁਦ ਬੜੇ ਮੋਰਚੇ ਲਾਏ ਔਰ ਬੜੇ ਸੰਘਰਸ਼ ਦੇ ਵਿੱਚੋਂ ਜਿਹੜੇ ਹੈਗੇ ਆ ਲੰਘੇ ਨੇ। ਪਰ ਅੱਜ ਜੋ ਪਾਰਟੀ ਨੂੰ ਗਾਈਡ ਕਰ ਰਹੇ ਨੇ ਉਹ ਮੈਂ ਕਹਿੰਦਾ ਸੈਕੂਲਰ ਹੋਣਾ ਗਲਤ ਨਹੀਂ ਹੈ, ਬਟ ਇਹਦੇ ਨਾਲ ਮੈਨੂੰ ਜਿੱਥੋਂ ਤੱਕ ਪਤਾ ਹੈਗਾ, ਜਿਵੇਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਤੁਹਾਡੇ ਦਾਦਾ ਜੀ ਜਿਹੜੇ ਬਾਬਾ ਜੀ ਜਥੇਦਾਰ ਇੰਦਰਜੀਤ ਸਿੰਘ ਜੀ, ਇੰਦਰਪਾਲ ਸਿੰਘ ਜੀ, ਉਹ ਖੁਦ ਜਿਹੜੇ ਹੈਗੇ ਆ ਅਕਾਲੀ ਦਲ ਦੇ ਬੜੇ ਜਿਹੜੇ ਹੈਗੇ ਸਰਮੋਰ ਲੀਡਰ ਰਹੇ ਹੈਗੇ ਆ।
ਆਪਾਂ ਸੁਰਿੰਦਰਪਾਲ ਸਿੰਘ ਜੀ ਗੋਲਡੀ ਹੋਰਾਂ ਨਾਲ ਗੱਲ ਕੀਤੀ। ਉਹਨਾਂ ਦੇ ਪਿਤਾ ਜੀ ਜਥੇਦਾਰ ਜੈਮਲ ਸਿੰਘ ਜੀ ਜਿਹੜੇ ਹੈਗੇ ਆ, ਉਹਨਾਂ ਨੇ ਬੜੇ ਜਿਹੜੇ ਧਰਮਯੁੱਧ ਮੋਰਚੇ ਲੱਗੇ ਉਹਨਾਂ ਦੇ ਵਿੱਚ ਉਹਨਾਂ ਨੇ ਬੜਾ ਵੱਧ ਚੜ ਕੇ ਪਾਰਟ ਪਲੇ ਕੀਤਾ ਹੈਗਾ। ਬੜੀਆਂ ਜੇਲ੍ਹਾਂ ਕੱਟੀਆਂ ਉਹਨੇ, ਤੁਹਾਡੇ ਦਾਦਾ ਜੀ ਨੇ ਜੇਲ੍ਹਾਂ ਕੱਟੀਆਂ। ਖੁਦ ਇਹ ਅਕਾਲੀ ਪਾਰਟੀ ਤੋਂ ਜਿਹੜੇ ਕਿ ਵਰਕਰ ਰਹੇ ਹੈਗੇ ਨੇ, ਔਰ ਫਿਰ ਅੱਜ ਉਸੇ ਅਕਾਲੀ ਦਲ ਦੇ ਅਗੇਂਸਟ ਗੱਲ ਕਰਨੀ ਪੈਂਦੀ ਹੈ, ਕਿਉਂਕਿ ਅੱਜ ਉਹ ਅਕਾਲੀ ਪਾਰਟੀ, ਜਿਵੇਂ ਤੁਸੀਂ ਦੱਸਿਆ ਕਿ ਉਹ ਅਕਾਲੀ ਪਾਰਟੀ ਅਕਾਲੀ ਨਹੀਂ ਰਹੀ, ਉਹ ਸਿਧਾਂਤ ਨਹੀਂ ਰਹੇ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਅਕਾਲੀ ਦਲ ਚੱਲਿਆ ਸੀਗਾ। ਤੇ ਮੈਂ ਭਾਜੀ ਮਲਕੀਤ ਸਿੰਘ ਜੀ ਹੋਰਾਂ ਨੂੰ ਪੁੱਛਾਂਗਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਕਾਫੀ ਵਿਸਥਾਰ ਸਹਿਤ ਆਪਣੇ ਮਨਪ੍ਰੀਤ ਹੋਰਾਂ ਨੇ ਦੱਸ ਦਿੱਤਾ ਹੈ ਹਾਂਜੀ ਕਿ ਜਿਹੜੀਆਂ ਕੁਟਲ ਨੀਤੀਆਂ ਉਹ ਹੌਲੀ ਹੌਲੀ ਸਾਹਮਣੇ ਬਿਲਕੁਲ ਆਮ ਬੰਦੇ ਲਈ ਸਪਸ਼ਟ ਸਿੱਧ ਹੋ ਰਹੀਆਂ ਆ। ਹਾਂਜੀ ਕਿ ਜਿੱਥੇ ਕੋਈ ਵੀ ਕਿਸੇ ਵੀ ਵਰਨ ਦਾ ਬੰਦਾ ਉੱਥੇ ਦਰਬਾਰ ਸਾਹਿਬ ਆਪਣੀ ਆਤਮਿਕ ਸ਼ਾਂਤੀ ਲਈ ਜੀ, ਆਪਣੇ ਅਰਦਾਸਾਂ ਲਈ, ਦਰਸ਼ਨਾਂ ਲਈ ਜਾਂਦਾ ਜੀ, ਉਹ ਇੱਕ ਸਿੱਖ ਲਈ ਜਾਣਾ ਵੀ ਉੱਥੇ ਇੱਕ ਕ੍ਰਾਈਮ ਬਣ ਗਿਆ ਹੈ। ਬਿਲਕੁਲ। ਤੇ ਕਿਸੇ ਵੀ ਤਰ੍ਹਾਂ ਜਿਹੜੀ ਦਰਬਾਰ ਸਾਹਿਬ ਦੀ ਜੋ ਸਵੱਛਤਾ ਜਾਂ ਕਹਿ ਲਓ ਜਾਂ ਸਤਿਕਾਰ ਆ, ਉਹ ਕਿਸੇ ਤਰ੍ਹਾਂ ਵੀ ਭੰਗ ਨਹੀਂ ਹੋਣਾ। ਜੋ ਵੀ ਇਹ ਹੋਇਆ ਇਹ ਕਿਸੇ ਅਕਾਲੀ ਦਾ, ਅਕਾਲੀ ਕੋਈ ਇਹ ਸਹਿ ਨਹੀਂ ਸਕਦਾ ਇਹ ਤਾਂ ਬੇਅਦਬੀ। ਇੱਕ ਸਿੱਖ, ਕੋਈ ਵੀ ਸਿੱਖ ਜਿਹੜਾ ਗੁਰੂ ਦਾ ਸਿੱਖ ਨਹੀਂ ਸਹਿ ਸਕਦਾ, ਕਿਉਂਕਿ ਜਿਵੇਂ ਦੱਸਿਆ ਤੁਸੀਂ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ, ਜਿਵੇਂ ਹੁਣ ਖਾਲਸਾ ਜੀ ਨੇ ਗੋਲਡੀ ਹੋਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਔਰ ਮੁਰਦਾਬਾਦ ਦੇ ਨਾਅਰੇ ਲਾਏ ਗਏ ਔਰ ਪੂਰੀ ਜਿਹੜੀ ਸ਼ਾਂਤੀ ਭੰਗ ਕੀਤੀ ਗਈ ਦਰਬਾਰ ਸਾਹਿਬ ਦੀ। ਔਰ ਜਿਵੇਂ ਸੁਰਿੰਦਰਪਾਲ ਸਿੰਘ ਗੋਲਡੀ ਹੋਰਾਂ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਅੰਦਰ ਬਹੁਤ ਵੱਡੀ ਇੱਕ ਟਾਸਕ ਫੋਰਸ ਹੈਗੀ ਹੈ। ਜਦੋਂ ਕੋਈ ਸਿੱਖ ਜਥੇਬੰਦੀਆਂ ਕਿਸੇ ਮਸਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਜਾਂਦੀ ਹੈ ਤੇ ਉਹਨਾਂ ਦੇ ਕੁੱਟਮਾਰ ਕੀਤੀ ਜਾਂਦੀ ਹੈ, ਉਹਨਾਂ ਦੇ ਕੇਸਾਂ ਤੋਂ ਫੜ ਕੇ ਘਸੀਟਿਆ ਜਾਂਦਾ, ਉਹਨਾਂ ਨੂੰ ਬਾਹਰ ਸਿੱਟਿਆ ਜਾਂਦਾ। ਲੇਕਿਨ ਜਦੋਂ ਅੰਨਾ ਹਜ਼ਾਰੇ ਟੀਮ ਜਿਹੜੀ ਹੈ ਉੱਥੇ ਕਾਲੀਆਂ ਝੰਡੀਆਂ ਲੈ ਕੇ ਔਰ ਉੱਥੇ ਉਹਨਾਂ ਨੇ ਇੱਦਾਂ ਦਾ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੂੰ ਕੋਈ ਕਾਰਵਾਈ ਟਾਸਕ ਫੋਰਸ ਵੱਲੋਂ ਨਹੀਂ ਕੀਤੀ ਗਈ, ਬਲਕਿ ਉਹਨਾਂ ਦਾ ਸਵਾਗਤ ਕੀਤਾ ਗਿਆ ਨਾ। ਔਰ ਹੁਣ ਯਾਨੀ ਕਿ ਪਹਿਲਾਂ ਨਾਲੋਂ ਜ਼ਿਆਦਾ ਉੱਥੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਵੀ ਆ ਦਰਬਾਰ ਸਾਹਿਬ, CCTV ਕੈਮਰੇ ਲੱਗੇ ਆ, ਉਹ ਕੈਮਰੇ ਕੰਟਰੋਲ ਰੂਮ ਦੇ ਵਿੱਚ ਸਾਰੇ ਦੇਖ ਵੀ ਰਹੇ ਹੈਗੇ ਆ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਹੈਗਾ ਕੋਈ ਐਕਸ਼ਨ ਉਹਨਾਂ 'ਤੇ ਨਹੀਂ ਲਿਆ ਗਿਆ। ਤੇ ਜਿਵੇਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹਦੇ ਪਿੱਛੇ ਪੂਰਾ ਸਪਸ਼ਟ ਹੈਗਾ ਕਿ ਉਹ ਰਾਜਨੀਤਿਕ ਤੌਰ ਤੇ ਜਿਹੜਾ ਦਰਬਾਰ ਸਾਹਿਬ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਯੂਜ਼ ਕਰ ਰਹੇ ਹੈਗੇ ਆ। ਹੋਰ ਤੁਸੀਂ ਇਹਦੇ ਬਾਰੇ ਮਨਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ? ਦੇਖੋ, ਇਹ ਮੈਂ ਕਹਾਂਗਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇੱਕ ਵੱਡੀ ਪਿਕਚਰ ਸਾਨੂੰ ਦਿਖਾਉਂਦਾ ਵੀ ਇਹ ਉਸ ਟਾਈਮ ਉੱਥੇ ਪੰਜਾਬ ਦੀ ਪੋਲਿਟਿਕਸ ਇਸ ਟਾਈਮ ਕੀ ਹੋ ਰਿਹਾ। ਹਾਂਜੀ, ਮੈਂ ਮੰਨਾਂਗਾ ਕਿ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਜਾਂ ਇੱਕ ਆਮ ਸਿੱਖ ਹੋਣ ਦੇ ਨਾਤੇ ਸਾਨੂੰ ਇਹ ਚੀਜ਼ਾਂ ਨੂੰ ਰੈਕਗਨਾਈਜ਼ ਕਰਨਾ ਚਾਹੀਦਾ ਜੀ। ਤੇ ਬਜਾਏ ਕਿ ਸਿਰਫ ਇਕੱਲੇ ਚੁੱਪ ਬੈਠਣ ਨਾਲ ਕੁਝ ਨਹੀਂ ਹੋਣਾ, ਸਾਨੂੰ ਦੇਖਣਾ ਚਾਹੀਦਾ ਕਿ ਅਸੀਂ ਇਹਦਾ ਕੀ ਇੱਕ ਰੈਸ਼ਨਲ ਇਹਦੀ ਆਊਟਕਮ ਆਪਾਂ ਲੈ ਕੇ ਚੱਲ ਸਕਦੇ ਹਾਂ ਵੀ ਇਹਦੇ ਲਈ ਹੁਣ ਕੀ ਕੀਤਾ ਜਾਏ ਜੀ। ਸਭ ਤੋਂ ਪਹਿਲਾਂ ਤੇ ਜਿਹੜਾ ਇਹ ਅਕਾਲੀ ਦਲ ਦਾ ਇੱਕ ਦੇਖੋ ਇੱਕ ਸਟੀਰੀਓਟਾਈਪ ਫੇਵਰਿਜ਼ਮ ਬਣ ਗਿਆ ਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ, ਬਟ ਜਦ ਕਿ ਇਦਾਂ ਦੀ ਹੁਣ ਕੋਈ ਵੀ ਗੱਲ ਨਹੀਂ ਰਹਿ ਗਈ। ਬਲਕਿ ਮੈਂ ਕਹਾਂਗਾ ਸੈਕੂਲਰ ਹੋਣਾ ਗਲਤ ਨਹੀਂ। ਮਹਾਰਾਜਾ ਰਣਜੀਤ ਸਿੰਘ ਸੈਕੂਲਰ ਸੀਗੇ, ਉਹਨਾਂ ਨੇ ਰਾਜ ਕੀਤਾ, ਸਾਰੇ ਬੜੇ ਖੁਸ਼ ਰਹਿੰਦੇ ਸਨ ਉਹਨਾਂ ਦੇ ਰਾਜ ਵਿੱਚ। ਬਿਲਕੁਲ, ਉਹਨਾਂ ਦੇ ਰਾਜ ਦੇ ਵਿੱਚ ਇਹਨਾਂ ਦੇ ਰਾਜ ਵਿੱਚ ਮੈਂ ਕਹਿੰਦਾ ਦੂਜੇ ਧਰਮਾਂ ਨੂੰ ਇਗਨੋਰ ਕਰਨਾ ਗਲਤ ਹੈ, ਬਟ ਤੁਸੀਂ ਆਪਣੀ ਧਰਮ ਦੀ ਕਾਸਟ ਤੇ ਆਪਣੀ ਧਰਮ ਦੀ ਸਟੇਕ ਰੱਖ ਕੇ ਤੇ ਕਿਸੇ ਤਰੀਕੇ ਦਾ ਵੋਟ ਬੈਂਕ ਇਕੱਤਰ ਕਰਨਾ ਚਾਹੁੰਦੇ ਹੋ, ਇਟਸ ਸ਼ੇਮਫੁਲ। ਇਹਨਾਂ ਨੂੰ ਇਹ ਬੰਦ ਕਰਨਾ ਚਾਹੀਦਾ ਜਾਂ ਪੰਜਾਬੀਆਂ ਨੂੰ ਹੁਣ ਖੜਨਾ ਚਾਹੀਦਾ। ਅੱਜ ਇਹ ਟਾਈਮ ਆ ਗਿਆ ਕਿ ਹੁਣ ਇਹਨਾਂ ਦੇ ਚਿਹਰੇ ਤੋਂ ਨਕਾਬ ਲਾਇਆ ਜਾਏ। ਦੇ ਆਰ ਯੂਜ਼ਿੰਗ ਬੇਸਿਕਲੀ ਇਹ ਧਰਮ ਨੂੰ ਯੂਜ਼ ਕਰ ਰਹੇ ਨੇ ਆਪਣੇ ਪੋਲੀਟੀਕਲ ਬੈਨੀਫਿਟਸ ਲਈ, ਆਪਣੇ ਪਰਸਨਲ ਬੈਨੀਫਿਟਸ ਲਈ, ਵੋਟ ਬੈਂਕ ਵਾਸਤੇ, ਔਰ ਗੁੰਮਰਾਹ ਕੀਤਾ ਹੋਇਆ ਪੰਜਾਬ ਦੇ ਨੌਜਵਾਨ। ਮੈਂ ਆਪ ਪੰਜਾਬ 'ਚ ਰਿਹਾ, ਪੜ੍ਹਿਆ, ਸੋ ਮੈਨੂੰ ਯਾਦ ਹੈ ਉੱਥੋਂ ਦਾ ਕਿ ਹੁਣ ਵੀ ਕਿੱਦਾਂ ਬਈ ਪੰਜਾਬੀਅਤ ਤੇ ਪੰਜਾਬ ਨੂੰ ਤੇ ਸਿੱਖਾਂ ਨੂੰ ਇਹਨਾਂ ਨੇ ਵਰਗਲਾਇਆ ਵਾ ਕਿ ਜੀ ਅਸੀਂ ਧਰਮ ਦੇ ਮੁੱਦੇ ਚੱਕਦੇ ਹਾਂ। ਇਹ ਲੋਕ ਕਹਿਣਾ ਨਹੀਂ ਚਾਹੀਦਾ ਹੁਣ ਆਪਣੀਆਂ ਸਟੇਜਾਂ, ਗੁਰਦੁਆਰਿਆਂ ਦੀ ਸਟੇਜਾਂ ਤੇ ਖੜ ਕੇ ਵੋਟ ਮੰਗਦੇ ਨੇ ਤੇ ਮੁੜ ਕੇ ਪਤਾ ਲੱਗਦਾ ਜੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ 'ਚ ਜੀ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ। ਸੋ ਬਿਲਕੁਲ ਇਹ ਤੁਹਾਨੂੰ ਇਟ ਸ਼ੋਜ਼ ਯੂ ਸਮਥਿੰਗ, ਇਹ ਤੁਹਾਨੂੰ ਕੁਝ ਦਿਖਾਉਂਦਾ। ਬਿਲਕੁਲ ਸਾਹਮਣੇ ਆਏ ਹੈਗੇ ਆ, ਬਿਲਕੁਲ ਇਹੋ ਜਿਹੀਆਂ ਘਟਨਾਵਾਂ, ਔਰ ਇਹ ਸ਼ਰਮਨਾਕ ਹੈ। ਔਰ ਮੇਰੇ ਹਿਸਾਬ ਨਾਲ ਅੱਜ ਜੇ ਕਿਤੇ ਪੁਰਾਣੀ ਲੀਡਰਸ਼ਿਪ ਅਕਾਲੀ ਦਲ ਦੀ ਜਿੰਦਾ ਹੁੰਦੀ ਤੇ ਇਹ ਹੁਣ ਕਹਿ ਲਓ ਕਿ ਨਵੇਂ ਟਾਈਮ ਦੇ ਮਸੰਦ ਨੇ
ਇਹ ਬਹੁਤ ਹੀ ਮਾੜਾ ਹਾਲ ਹੋ ਚੁੱਕਾ ਹੈ ਇਹਨਾਂ ਦਾ। ਜੀ ਜੀ। ਸੋ ਇਹ ਸਾਹਮਣੇ ਲਿਆਉਣਾ ਚਾਹੀਦਾ ਸਾਨੂੰ। ਬਿਲਕੁਲ। ਦੂਸਰੀ ਗੱਲ ਜਿਵੇਂ ਅਸੀਂ ਕਰੀਏ ਕਿ ਪਾਲ ਸਿੰਘ ਜੀ ਫਰਾਂਸ ਜਿਹੜੇ ਪਾਲਾ ਸਿੰਘ ਜੀ ਫਰਾਂਸ ਵਾਲੇ ਜਿਹੜੇ ਹੈਗੇ ਆ ਉਹ ਵੀ ਇੰਡੀਆ ਦੇ ਵਿੱਚ ਗਏ ਔਰ ਇੰਡੀਆ 'ਚ ਜਦੋਂ ਉਹਨਾਂ ਨੇ ਪ੍ਰਸਾਰ ਸ਼ੁਰੂ ਕੀਤਾ ਤੇ ਉਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਨੇੜੇ ਸੀ। ਉਸ ਸੰਬੰਧ ਦੇ ਵਿੱਚ ਪਾਲ ਸਿੰਘ ਜਿਹੜੇ ਫਰਾਂਸ ਵਾਲੇ ਹੈਗੇ ਪਾਲਾ ਸਿੰਘ ਜੀ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ ਵੀ ਚੰਗੇ ਕਿਰਦਾਰ ਵਾਲੇ ਗੁਰਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਅੱਗੇ ਲੈ ਕੇ ਆਓ, ਉਹਨਾਂ ਨੂੰ ਵੋਟਾਂ ਪਾਓ। ਤੇ ਜਦੋਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਜਾਂ ਜਿਹੜੇ ਬਾਦਲ ਨੇ ਕਿ ਉਹਨਾਂ ਦੀ ਪਾਰਟੀ ਨੇ ਕਿ ਇਹ ਸਾਡੇ ਵਾਸਤੇ ਕਾਫੀ ਘਾਤਕ ਸਿੱਧ ਹੋ ਰਿਹਾ ਹੈਗਾ ਤਾਂ ਉਹਨਾਂ ਦੇ ਉੱਤੇ ਵੀ ਇੱਕ ਝੂਠੇ ਕੇਸ ਝੂਠੇ ਮੁਕੱਦਮੇ ਪਾ ਕੇ ਤੇ ਪਾਲ ਸਿੰਘ ਫਰਾਂਸ ਜਿਹੜੇ ਪਾਲਾ ਸਿੰਘ ਜੀ ਉਹਨਾਂ ਨੂੰ ਵੀ ਅੰਦਰ ਕਰ ਦਿੱਤਾ ਗਿਆ। ਹਾਲਾਂਕਿ ਉਹਨਾਂ ਦੇ ਪੂਰੇ ਪਿੰਡ ਵੱਲੋਂ ਪੂਰੀਆਂ ਸੰਗਤਾਂ ਵੱਲੋਂ ਸਾਰੇ ਦੇ ਸਾਰੇ ਐਵੀਡੈਂਸ ਦਿੱਤੇ ਕਿ ਪਾਲਾ ਸਿੰਘ ਜੀ ਨੂੰ ਉਹਨਾਂ ਨੂੰ ਘਰੋਂ ਲੈ ਕੇ ਗਏ ਹੈ, ਪਿੰਡ 'ਚੋਂ ਲੈ ਕੇ ਗਏ ਹੈ, ਇਹਨਾਂ ਦੇ ਅਗੇਂਸਟ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਬਰਾਮਦਗੀ ਨਹੀਂ ਹੋਈ, ਲੇਕਿਨ ਫਿਰ ਵੀ ਉਹਨਾਂ 'ਤੇ ਝੂਠੇ ਕੇਸ ਪਾ ਦਿੱਤੇ ਗਏ। ਇਸੇ ਤਰ੍ਹਾਂ ਹੀ ਅਸੀਂ ਕੇਸ ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਦੇ ਹੈਗੇ ਆ ਜਿਹੜੇ ਅੱਜ ਜੇਲ੍ਹਾਂ 'ਚ ਬੰਦ ਆ। ਜਿਵੇਂ ਬਿੱਟੂ ਜੀ ਦਾ ਕੇਸ ਲੈ ਲਈਏ, ਉਹਨਾਂ 'ਤੇ ਵੀ ਇੰਨੇ ਜ਼ਿਆਦਾ ਕੇਸ ਪਾਏ ਗਏ। ਔਰ ਪਾਲਾ ਸਿੰਘ ਦੀ ਗੱਲ ਮੈਂ ਕਰ ਰਿਹਾ ਕਿ ਉਹਨਾਂ ਦੇ ਕੇਸ ਦੀ ਜਿਹੜੀ ਸੁਣਵਾਈ ਜਿਹੜੀ ਹੈਗੀ ਹੈ ਉਹਨਾਂ ਦੇ ਵੀ ਤਕਰੀਬਨ 100 ਦਿਨ ਤੋਂ ਜ਼ਿਆਦਾ ਹੋ ਗਏ ਹੈ ਕਿ ਉਹਨਾਂ ਦਾ ਜੱਜ ਜਿਹੜਾ ਕੋਈ ਫੈਸਲਾ ਨਹੀਂ ਦੇ ਰਹੇ ਕਿਉਂਕਿ ਇਲੈਕਸ਼ਨ ਨੂੰ ਮੇਨ ਰੱਖਦਿਆਂ ਹੋਇਆਂ ਕਿ ਜ਼ਮਾਨਤ ਨਾ ਹੋ ਜੇ। ਇਹੋ ਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਹੋ ਰਹੀਆਂ। ਆਪਾਂ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਇੱਕ ਕੋਲ ਲੈ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲਦੇ ਜੀ? ਜੀ ਮੈਂ ਇਕਬਾਲ ਸਿੰਘ ਬੋਲਦਾ ਲੈਸਟਰ ਤੋਂ। ਇਕਬਾਲ ਸਿੰਘ ਜੀ ਆਇਆਂ ਨੂੰ ਜੀ। ਕੀ ਕਹਿਣਾ ਚਾਹੋਗੇ ਜੀ? ਜੀ ਉਦੋਂ ਤਾਂ ਮਾੜੀ ਗੱਲ ਹੈ ਕਿਉਂਕਿ ਸਿੱਖਾਂ ਨੇ ਮੈਨੂੰ ਮੈਂ ਇਤਿਹਾਸ ਦਾ ਜੇ ਮੈਨੂੰ ਮਾੜੀ ਮੋਟੀ ਜਾਣਕਾਰੀ ਵੀ ਜਦੋਂ ਅਬਦਾਲੀ ਵੀ ਆਇਆ ਸੀ ਉਹਦੀ ਵੀ ਸਿੱਖਾਂ ਨੇ ਲੋਕ ਕਾਸਟਰ ਕੀਤੀ ਸੀਗੀ ਜਿੱਥੇ ਤੱਕ ਮੇਰੀ ਸੋਚ ਜਿੱਥੇ ਤੱਕ ਮੈਨੂੰ ਪਤਾ ਆ। ਚਲੋ ਮਨਮੋਹਨ ਸਿੰਘ ਆਇਆ ਤੇ ਸ਼ਾਇਦ ਭਾਜਪਾ ਦੀ ਸ਼ਾਬਤ ਹੈ ਵੀ ਉਹਨੂੰ ਵੀ ਮਾੜੀ ਗੱਲ ਹੈ ਵੀ ਕਾਲੀਆਂ ਝੰਡੀਆਂ ਦਿਖਾਈਆਂ ਤੇ ਹੁਣ ਅੰਨਾ ਹਜ਼ਾਰੇ ਆਇਆ ਆ। ਹਾਂਜੀ। ਉਹਨੂੰ ਮੈਨੂੰ ਲੱਗਦਾ ਕਾਂਗਰਸੀਆਂ ਦੀ ਸ਼ਾਇਦ ਹੋਵੇ ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਾਲੀਆਂ ਝੰਡੀਆਂ ਸ਼ੁਰੂ ਕਿੰਨੇ ਕੀਤੀਆਂ ਸੀਗੀਆਂ? ਗੱਲ ਏਦਾਂ ਹੈਗੀ ਹੈ, ਗੱਲ ਇੱਥੇ ਚੱਲ ਰਹੀ ਹੈਗੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ। ਇਕਬਾਲ ਸਿੰਘ ਜੀ ਗੱਲ ਕਾਲੀਆਂ ਝੰਡੀਆਂ ਦੀ ਨਹੀਂ ਹੈਗੀ। ਗੱਲ ਹੈਗੀ ਹੈ ਕਿ ਜਿਹੜੇ ਮਨਮੋਹਨ ਸਿੰਘ ਜੀ ਦਰਬਾਰ ਸਾਹਿਬ ਦੇ ਅੰਦਰ ਪਰਿਵਾਰਕ ਦੌਰੇ ਤੇ ਆਏ ਔਰ ਜਦੋਂ ਉਹ ਦਰਬਾਰ ਸਾਹਿਬ ਦੇ ਅੰਦਰ ਆ ਉਹ ਅੰਨਾ ਹਜ਼ਾਰੇ ਜਿਹੜੀ ਟੀਮ ਆ ਉਹ ਏਅਰਪੋਰਟ ਤੇ ਕਾਲੀਆਂ ਝੰਡੀਆਂ ਦਿਖਾ ਲੈਂਦੇ, ਕੋਈ ਰੋਸ ਪ੍ਰਦਰਸ਼ਨ ਕਰ ਲੈਂਦੇ, ਬਾਹਰ ਕਿਤੇ ਬਾਜ਼ਾਰ 'ਚ ਕਰ ਲੈਂਦੇ। ਉਹਨਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਜਿੱਥੇ ਸ਼ਾਂਤੀ ਦੇ ਨਾਲ ਸੰਗਤਾਂ ਕੀਰਤਨ ਸਰਵਣ ਕਰਦੀਆਂ ਉਹ ਪਰਿਕਰਮਾ 'ਚ ਆ ਕੇ ਉਹਨਾਂ ਨੇ ਮੁਰਦਾਬਾਦ ਦੇ ਨਾਅਰੇ ਲਾਏ, ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਜੀ ਜਿਹੜੀ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਮੈਨੂੰ ਲੱਗਦਾ ਬਾਦਲ ਸਾਹਿਬ ਦੀ ਆਓ ਭਗਤੀ ਨਾਲ ਹੋਇਆ ਪਰ ਉਦੋਂ ਪਹਿਲਾਂ ਸ਼ਾਇਦ ਮੈਂ ਰੌਂਗ ਨਾ ਸ਼ਾਇਦ ਮਾਨ ਸਾਹਿਬ ਨੇ ਇਹ ਕੰਮ ਸ਼ੁਰੂ ਕੀਤਾ ਵੀ ਕਾਲੀਆਂ ਝੰਡੀਆਂ ਦਿਖਾਉਣੀਆਂ। ਮੇਰੇ ਤੇ ਅਡਵਾਨੀ ਨੂੰ ਕਰੇ ਦਿਖਾਈਆਂ ਸੀਗੀਆਂ ਮੈਨੂੰ ਲੱਗਦਾ ਮਾਨ ਸਾਹਿਬ ਨੇ ਸ਼ੁਰੂ ਕੀਤੀਆਂ ਉਹ ਤਾਂ ਪਰ ਮਾੜੀ ਗੱਲ ਹੈ। ਜਦੋਂ ਇਕਬਾਲ ਸਿੰਘ ਜੀ ਗੱਲ ਆਉਂਦੀ ਹੈਗੀ ਹੈ ਦੇਖੋ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਜਿਹੜੀ ਗੱਲ ਹੁੰਦੀ ਹੈ ਕਿ ਜੇ ਅਡਵਾਨੀ ਦਾ ਵਿਰੋਧ ਕੀਤਾ ਗਿਆ ਉਹਦੇ ਪਿੱਛੇ ਸੀਗੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਤੇ ਦੋਸ਼ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਤੇ ਜੋ 1984 ਦੇ ਉੱਤੇ ਅਟੈਕ ਹੋਇਆ ਉਹਨਾਂ ਨੇ ਆਪਣੀ ਜਿਹੜੀ ਲਾਈਫ ਦੇ ਮਾਈ ਲਾਈਫ ਜਿਹੜੇ ਉਹਨਾਂ ਨੇ ਇੱਕ ਬੁੱਕ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਆਪ ਲਿਖਿਆ ਹੈਗਾ ਕਿ ਮੈਂ ਇੰਦਰਾ ਗਾਂਧੀ ਨੂੰ ਪ੍ਰੈਸ਼ਰਾਈਜ਼ ਕਰਕੇ ਜਿਹੜਾ ਅਟੈਕ ਕਰਵਾਇਆ ਤੇ ਉਸ ਸਬੰਧ ਦੇ ਵਿੱਚ ਜਿਹੜਾ ਸੀ ਉਹ ਵਿਰੋਧ ਕੀਤਾ ਗਿਆ ਉਹ ਇੱਕ ਹੋਰ ਵੱਖਰੀ ਗੱਲ ਸੀ। ਜੇ ਅਸੀਂ ਪਿਛਲੇ ਇਤਿਹਾਸ ਵੱਲ ਜਾਈਏ ਤੇ ਪ੍ਰੋਫੈਸਰ ਗੁਰਮੁਖ ਸਿੰਘ ਔਰ ਗਿਆਨੀ ਗੁਰਦਿੱਤ ਸਿੰਘ ਹੁਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਉਸ ਟਾਈਮ ਜਿਹੜੇ ਮਸੰਦ ਸੀਗੇ ਉਹਨਾਂ ਵੱਲੋਂ ਜਿਹੜੀ ਇਹ ਪ੍ਰਕਰਮਾਂ ਦੇ ਵਿੱਚ ਜਿਹੜੀਆਂ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਸੀ ਉਹਨਾਂ ਮੂਰਤੀਆਂ ਨੂੰ ਚੱਕ ਕੇ ਪੱਟ ਕੇ ਬਾਹਰ ਸੱਟਿਆ ਗਿਆ ਸੀ। ਇੱਕ ਉਹ ਪੰਥਕ ਤੌਰ ਤੇ ਮਰਿਆਦਾ ਬਹਾਲ ਕਰਨ ਵਾਸਤੇ ਸੀ ਲੇਕਿਨ ਅੰਨਾ ਹਜ਼ਾਰੇ ਟੀਮ ਨੇ ਜਿਹੜਾ ਕੀਤਾ ਉਹ ਉੱਥੋਂ ਦੀ ਮਰਿਆਦਾ ਨੂੰ ਜਿਹੜਾ ਵਿਗਾੜਨ ਵਾਸਤੇ ਕੀਤਾ ਗਿਆ। ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਹਾਂਜੀ ਹੈਲੋ ਕਾਲ ਡ੍ਰੌਪ ਹੋ ਗਈ ਹੈ ਜੀ। ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ, ਦੁਬਾਰਾ ਫੋਨ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜਿਵੇਂ ਇਕਬਾਲ ਸਿੰਘ ਨੇ ਹੁਣੇ ਦੱਸਿਆ ਗੱਲਬਾਤ ਕਰ ਰਹੇ ਸੀਗੇ ਔਰ ਕੋਲ ਸਾਡੇ ਨਾਲ ਫਿਰ ਆਨਲਾਈਨ ਹੈਗੀ ਹੈ ਜੀ। ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲਦੇ ਜੀ? ਦਰਬਾਰ ਸਿੰਘ ਜੀ। ਮੈਂ ਕਿਰਪਾਲ ਸਿੰਘ ਬੈਲਜੀਅਮ ਤੋਂ ਬੋਲ ਰਿਹਾ ਜੀ। ਹਾਂਜੀ ਭਾਜੀ ਕਿਰਪਾਲ ਸਿੰਘ ਜੀ ਆਇਆਂ ਨੂੰ ਜੀ। ਕੀ ਕਹਿਣਾ ਚਾਹੋਗੇ? ਤੁਸੀਂ ਮਸਲਾ ਤੇ ਸੁਣ ਹੀ ਲਿਆ। ਹਾਂਜੀ ਹਾਂਜੀ ਮਸਲਾ ਵੀ ਸੁਣ ਲਿਆ। ਜਿਹੜੀ ਟਾਸਕ ਫੋਰਸ ਬਣਾਈ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਬਾਦਲ ਸਾਹਿਬ ਨੇ ਉਹ ਜਿਹੜੇ ਸੱਤ ਗੁਰਮਤ ਦੀ ਗੱਲ ਕਰਦੇ ਉਹਨਾਂ ਨੂੰ ਦਬਾਉਣ ਵਾਸਤੇ ਬਣਾਈ ਆ ਜੀ। ਅੱਛਾ ਜੀ। ਹਾਂਜੀ ਤੇ ਉਹਨਾਂ ਨੇ ਤਾਂ ਸਾਰਾ ਕੁਝ ਆਪ ਕੀਤਾ ਸੀਗਾ ਜੀ ਤੇ ਜਿਹੜੇ ਬੰਦੇ ਸੱਦੇ ਸੀ ਕਾਲੀਆਂ ਝੰਡੀਆਂ ਦਿਖਾਈਆਂ। ਹਾਂਜੀ ਇਹ ਸਾਰਾ ਪਲਾਨ ਕੀਤਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਬਾਅਦ ਦੇ ਵਿੱਚ ਜਿੱਦਾਂ ਵੀਰੂ ਨੇ ਦੱਸਿਆ ਵੀ ਚਾਹ ਪਾਣੀ ਵੀ ਪਿਲਾਇਆ। ਹਾਂਜੀ ਆਓ ਭਗਤੀ ਕੀਤੀ ਹੈ ਤਾਂ ਜਿਹੜੇ ਸੱਚੇ ਸਿੱਖ ਆ ਉਹਨਾਂ ਤੇ ਕੇਸ ਜਿਹੜੇ ਰਜਿਸਟਰਡ ਹੁੰਦੇ ਰਹਿਣੇ ਪਹਿਲਾਂ ਹੁੰਦੇ ਰਹੇ ਆ ਜੀ
ਤੇ ਗਾਂ ਹੁੰਦੇ ਵੀ ਰਹਿਣੇ ਆ। ਤੇ ਹੁਣ ਸਿੱਖਾਂ ਨੂੰ ਮੈਂ ਤਾਂ ਜਦੋਂ ਕਈ ਵਾਰੀ ਸਿੱਖ ਚੈਨਲ ਦੇਖਦਾ ਹੁੰਦਾ, ਉੱਥੇ ਬਾਦਲ ਵਾਲੇ ਬੈਠੇ ਹੁੰਦੇ ਆ ਕੇ, ਹਾਂਜੀ, ਬੜਾ ਗੋਲ ਮੋਲ ਜਿਹਾ ਜਵਾਬ ਦੇਣਗੇ, ਨਹੀਂ ਜੀ ਅਸੀਂ ਏਦਾਂ ਆ। ਵੀ ਹਜੇ ਤੱਕ ਵੀ ਇਹ ਨਹੀਂ ਸੋਚਦੇ ਬਾਦਲ ਸਾਹਿਬ ਨੇ ਕੌਮ ਦਾ ਕਿੰਨਾ ਨੁਕਸਾਨ ਕਰਾਤਾ ਜੀ। 70 ਦੇ ਵਿੱਚ ਨਿਰੰਕਾਰੀ ਕਾਂਡ ਉਹਦੇ ਰਾਜ ਚ ਹੁੰਦਾ, ਹਾਂਜੀ, ਆਸ਼ੂਤੋਸ਼ ਉਹਦੇ ਟਾਈਮ ਦੇ ਵਿੱਚ ਪੈਦਾ ਹੁੰਦਾ, ਹਾਂਜੀ, ਸਰਸੇ ਵਾਲਾ ਆਇਆ, ਦਰਸ਼ਨ ਸਿੰਘ ਉਹਨਾਂ ਨੂੰ ਸ਼ਹੀਦ ਕਰਦਾ ਉਹਦੇ ਟਾਈਮ ਦੇ ਵਿੱਚ ਹੁੰਦਾ, ਕਮਲਜੀਤ ਸਿੰਘ ਸ਼ਹੀਦ ਹੁੰਦਾ, ਇਹ ਬਾਦਲ ਸਾਹਿਬ ਦੇ ਟਾਈਮ 'ਚ ਹੋ ਰਿਹਾ ਸਾਰਾ ਕੁਝ ਜੀ। ਤੇ ਸਿੱਖਾਂ ਨੂੰ ਹਜੇ ਵੀ ਜੇ ਲੱਗਦਾ ਵੀ ਉਹ ਅਕਾਲੀ ਆ ਤਾਂ ਫੇਰ ਤਾਂ ਬਦਕਿਸਮਤੀ ਸਿੱਖਾਂ ਦੀ ਆ ਜੀ। ਬਿਲਕੁਲ, ਤੁਹਾਡੇ ਕਹਿਣ ਦਾ ਮਤਲਬ ਸਭ ਕੁਝ ਅਕਾਲੀ ਦਲ ਦੇ ਸ਼ਹਿ ਤੇ ਹੋ ਰਿਹਾ ਜੀ। ਹਾਂਜੀ, ਕੋਲ ਡ੍ਰੌਪ ਹੋ ਗਏ ਜੀ। ਹਾਂਜੀ, ਅਗਲੀ ਕੋਲ ਵੱਲ ਚੱਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰੀ ਗੱਲ ਕਰਾਓ ਜੀ। ਹਾਂਜੀ, ਗੱਲ ਤੁਸੀਂ ਆਨਲਾਈਨ ਹੋ ਜੀ, ਔਨ 에ਅਰ ਹੋ ਜੀ, ਤੁਹਾਨੂੰ ਸਾਰੀ ਸੰਗਤਾਂ ਸੁਣ ਰਹੀਆਂ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਕੌਣ ਬੋਲਦੇ ਜੀ? ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲ ਰਹੇ ਜੀ? ਮੈਂ ਜੀ ਮਾਨਚੈਸਟਰ ਤੋਂ ਬੋਲ ਰਿਹਾ, ਮਹਿੰਦਰ ਸਿੰਘ। ਹਾਂਜੀ, ਮਹਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ। ਕੀ ਕਹਿਣਾ ਚਾਹੋਗੇ ਜੀ? ਮੈਂ ਜੀ ਤੁਹਾਡਾ ਜਿਹੜਾ ਸਿੱਖ ਚੈਨਲ ਹੈ ਰੋਜ਼ ਹੀ ਦੇਖਦਾ ਹੈ, ਮੈਨੂੰ ਟਾਈਮ ਲੱਗਦਾ ਜਿੱਦਾਂ। ਹਾਂਜੀ, ਮੈਂ ਫਿਰ ਵੀ ਦੇਖ ਰਿਹਾ ਜੀ। ਤੁਹਾਡਾ ਆਪਣਾ ਚੈਨਲ ਹੈ? ਹਾਂਜੀ। ਮੇਰੀ ਬੇਨਤੀ ਹੈ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਚਲੋ ਮੈਂ ਸ਼ਾਰਟ ਹੀ ਦੱਸਣਾ ਕਿ ਸਾਰੇ ਲੋਕ ਇਹੀ ਕਹਿੰਦੇ ਆ ਕਿ ਤੁਹਾਡਾ ਜਾਣੀ ਕਿ ਤੁਸੀਂ ਲੋਕਾਂ ਨੂੰ ਜਾਣਕਾਰੀ ਕਰਾਉਂਦੇ ਆ। ਹਾਂਜੀ, ਪਰ ਜਿੱਥੇ ਅਸੀਂ ਬਾਰ-ਬਾਰ ਮੈਂ ਤਕਰੀਬਨ ਬੜੇ ਲੰਬੇ ਸਮੇਂ ਤੋਂ ਸੁਣ ਰਿਹਾ ਹੈ ਤੁਹਾਡਾ ਜਿੱਦਾਂ ਆਪਾਂ ਚੱਲਦਾ ਵੋਟਾਂ ਬਾਰੇ ਤੁਸੀਂ ਚੱਲ ਰਿਹਾ ਕੰਮ ਜਾਂ ਕੋਈ ਹੋਰ ਵੀ। ਹਾਂਜੀ, ਸਰਦਾਰ ਸਾਹਿਬ ਮੇਰੀ ਬੇਨਤੀ ਹੈ ਕਿ ਅਸੀਂ ਨਾ ਸਾਰੇ ਬੰਦੇ ਜਿੰਨੇ ਇੱਥੇ ਪ੍ਰਚਾਰਕ ਆਉਂਦੇ ਨੇ, ਜਿੰਨੇ ਤੁਹਾਡੇ ਕੋਲ ਸੱਜਣ ਆਉਂਦੇ ਜਾਂ ਤੁਹਾਡੀ ਟੀਮ, ਹਾਂਜੀ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਮੰਜੇ ਥੱਲੇ ਸੋਟਾ ਨਹੀਂ ਅਸੀਂ ਘੱਟ ਫੇਰਦੇ, ਅਸੀਂ ਲੋਕਾਂ ਵੱਲੋਂ ਵੀ ਦੇਖੋ। ਜੇ ਹੁਣ ਪਰਕੰਮਿਆਂ ਦੇ ਵਿੱਚ ਹਾਂਜੀ ਅੰਨਾ ਹਜ਼ਾਰੇ ਦੀ ਟੀਮ ਆਈ ਹੈ, ਹਾਂਜੀ, ਚੋਰ ਨੂੰ ਮੱਤ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਹਾਂਜੀ, ਉਸ ਟੀਮ ਨੂੰ ਆਉਣ ਲਈ ਆਮ ਬੰਦਾ ਜੇ ਆਪਾਂ ਸਿੱਖ ਕੋਈ ਉੱਥੇ ਜਾਂਦਾ ਹੈ ਤੇ ਸਾਨੂੰ ਪਕੜਿਆ ਜਾਂਦਾ ਹੈ, ਇਹਦਾ ਮਤਲਬ ਅੰਨਾ ਹਜ਼ਾਰੇ ਦੀ ਟੀਮ ਪਤਾ ਨਹੀਂ ਆਈ ਕਿ ਨਹੀਂ, ਕਿ ਆਪਣੇ ਬੰਦਿਆਂ ਨੂੰ ਖੜੇ ਕਰਤਾ ਜੀ ਅੰਨਾ ਹਜ਼ਾਰੇ ਦੀ ਟੀਮ ਹੈ। ਕਿੱਡੀ ਬੜੀ ਸਿਆਸਤ ਹੈ। ਹਾਂਜੀ, ਤੁਸੀਂ ਮੰਨਦੇ ਇਸ ਗੱਲ ਨੂੰ ਕਿ ਜੇ ਸਿੱਖ ਕੋਈ ਆਪਣਾ ਫੈਸਲਾ ਕਰਨ ਜਾਵੇ ਅਕਾਲ ਤਖਤ ਮੋਹਰੇ, ਤੁਸੀਂ ਹੁਣ ਕਹਿ ਰਹੇ ਸੀ ਤੁਹਾਨੂੰ ਫੜ ਕੇ ਅੰਦਰ ਦਿੱਤਾ ਜਾਂਦਾ, ਹਾਂਜੀ, ਠੀਕ ਹੈ ਜੀ। ਪਰ ਜੇ ਅੰਨਾ ਹਜ਼ਾਰੇ ਦੀ ਟੀਮ ਜਾਂ ਹੋਰ ਕੋਈ ਆਉਂਦੀ ਹੈ ਤੇ ਅਸੀਂ ਉਹਨੂੰ ਕਹਿੰਦੇ ਜੀ ਅੰਨਾ ਹਜ਼ਾਰੇ ਦੀ, ਉਸ ਟੀਮ ਦੇ ਹੁਣ ਮੂੰਹ ਤੇ ਤਾਂ ਨਹੀਂ ਲਿਖਿਆ, ਪਰ ਮੈਂ ਕਹੂੰਗਾ ਕਿ ਥੋੜਾ ਸਾਰਾ ਕੋਸ਼ਿਸ਼ ਕਰੋ। ਮਹਿੰਦਰ ਸਿੰਘ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਲੇਕਿਨ ਉਹਨਾਂ ਦੀ ਉਹ ਰਜਿਸਟਰਡ ਬੋਡੀ ਹੈਗੀ ਹੈ, ਉਹਨਾਂ ਦੇ ਜਿਹੜੇ ਸੀਗੇ ਜ਼ਿੰਮੇਵਾਰ ਬੰਦੇ ਹੈਗੇ ਆ, ਜਿਹੜੇ ਹਮੇਸ਼ਾ ਪ੍ਰੈਸ 'ਚ ਰਹਿੰਦੇ ਹੈਗੇ ਆ। ਆਮ ਬੰਦੇ ਨਹੀਂ ਸੀ, ਉਹਨਾਂ ਹਜ਼ਾਰੇ ਦੀ ਟੀਮ ਸੀ। ਔਰ ਜਿਹੜੀ ਰੱਥ ਯਾਤਰਾ ਲੈ ਕੇ ਆਏ ਸੀ ਉਹਦੇ 'ਚ ਵੀ ਸਾਰੇ ਅੰਨਾ ਹਜ਼ਾਰੇ ਦੇ ਜਿਹੜੇ ਮੇਨ ਲੀਡਰ ਹੈ ਉਹ ਸੀ। ਬਹੁਤ ਧੰਨਵਾਦ ਤੁਹਾਡਾ ਕੋਲ ਕਰਨ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਲੀ ਕੋਲ ਵੱਲ ਚੱਲਦੇ ਹਾਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਹਾਂਜੀ, ਕੌਣ ਬੋਲਦੇ ਜੀ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਤੱਕ ਆਵਾਜ਼ ਦੀ ਗੱਲ ਹੈ, ਮੇਰੇ ਖਿਆਲ ਰਣਬੀਰ ਸਿੰਘ ਜੀ ਬੋਲ ਰਹੇ ਆ। ਹਾਂਜੀ ਭਾਈ ਸਾਹਿਬ, ਤੁਸੀਂ ਮੈਂ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਅੰਨਾ ਹਜ਼ਾਰੇ ਕਾਲੀਆਂ ਝੰਡੀਆਂ ਲੈ ਕੇ ਉੱਤੇ ਪ੍ਰਦਰਸ਼ਨ ਕੀਤਾ, ਹਾਂਜੀ, ਉਹ ਬਹੁਤ ਗਲਤ ਕੀਤਾ ਜੀ। ਇਹ ਕਹੀ ਤਾਂ ਜਾਂਦੇ ਆ ਸਾਰੇ, ਮਤਲਬ ਇਹ ਗਲਤ ਹੋਇਆ। ਗਲਤੀ ਹੈ ਕਿਹਦੀ ਆ? ਸ਼੍ਰੋਮਣੀ ਕਮੇਟੀ ਦੀ ਗਲਤੀ ਆ ਸਾਰੀ, ਜਿਹਨਾਂ ਨੇ ਆਪ ਉੱਥੇ ਬੇਅਦਬੀ ਕਰਾਈ ਹੈ ਨਾ ਅੰਦਰ। ਹਾਂਜੀ, ਤੇ ਜਿਹੜੀ ਬੇਅਦਬੀ ਅੰਦਰ ਉੱਥੇ ਹੋਈ, ਲੇਕਿਨ ਜਿਹੜੇ ਨੌਜਵਾਨਾਂ ਨੇ ਉਹ ਜਿਹੜੇ ਬੇਅਦਬੀ ਹੋਈ ਸੀ ਉਹਦਾ ਬਦਲਾ ਲਿਆ, ਯਾਨੀ ਕਿ ਉਹਦਾ ਅਹਿਸਾਸ ਕਰਾਇਆ, ਅੰਨਾ ਹਜ਼ਾਰੇ ਟੀਮ ਤੋਂ ਮਾਫੀ ਮੰਗਾਈ, ਉਹਨਾਂ ਦੇ ਉੱਤੇ ਹੀ ਕੇਸ ਦਰਜ ਕਰ ਦਿੱਤੇ ਗਏ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਦੇ ਕੇਸ ਬਹੁਤ ਇਹਨਾਂ ਨੇ ਗਲਤ ਕੀਤਾ। ਉਹਨਾਂ ਦੇ ਕੇਸ ਕਿਉਂ ਦਰਜ ਕੇ? ਸ਼੍ਰੋਮਣੀ ਕਮੇਟੀ ਤੇ ਮਿਲੀ ਪੁਲੀ ਭੁਗਤੇ ਆ ਇਹਨਾਂ ਦੀ। ਹਾਂਜੀ, ਇਹਨਾਂ ਨੇ ਬਹੁਤ ਗਲਤ ਕੀਤਾ। ਇਹਨਾਂ ਨੇ ਜੋ ਵੀ ਡੇਰਾ ਬਾਟ ਫੈਲਾਇਆ, ਇਹਨਾਂ ਨੇ ਪਤਾ ਨਹੀਂ ਸਿਵਲ ਵਾਰ ਇਹਨਾਂ ਕਦੋਂ ਲਵਾ ਦੇਣੀ ਹੈ। ਇਹਦਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਕਾਲ ਦਾ ਜਥੇਦਾਰ ਇਹੀ ਇਹਨਾਂ ਦੇ ਜ਼ਿੰਮੇਵਾਰ ਹੈਗੇ ਜਾਂ ਜਿਹੜਾ ਪੰਥ ਕਮੇਟੀ ਇਹਨਾਂ ਬਣਾਈ ਹੈਗੀ ਆ। ਠੀਕ ਹੈ ਜੀ। ਰਣਬੀਰ ਸਿੰਘ ਜੀ, ਇਹ ਧਰਮੀ ਫੌਜੀ ਜਿਹੜੇ ਇਹਨਾਂ ਨੇ ਹਮੇਸ਼ਾ ਹੀ ਪੰਥ ਵਾਸਤੇ ਆਵਾਜ਼ ਉਠਾਈ ਹੈ ਔਰ 1984 'ਚ ਬੜੀ ਇਹਨਾਂ ਦੀ ਕੁਰਬਾਨੀ ਰਹੀ ਹੈ। ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਲੀ ਕੋਲ ਵੱਲ ਚੱਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਹਰਦਿਆਲ ਸਿੰਘ ਜੀ ਤਮੜੈਤ ਸਾਹਿਬ ਜੀ, ਕੀ ਕਹਿਣਾ ਚਾਹੋਗੇ ਜੀ? ਧੰਨਵਾਦ ਵੀਰ ਜੀ, ਤੁਸੀਂ ਬਹੁਤ ਵਧੀਆ ਇਸ਼ੂ ਅੱਜ ਲਿਆ ਹੈਗਾ। ਹਾਂਜੀ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਹਿੰਦੂ ਸਾਮਰਾਜ ਵੱਲੋਂ ਸਾਨੂੰ ਨੀਵਾਂ ਦਿਖਾਉਣ ਲਈ ਸਮੇਂ-ਸਮੇਂ ਤੇ ਵੱਖ-ਵੱਖ ਟਾਈਮ ਤੇ ਵੱਖ-ਵੱਖ ਘਟਨਾਵਾਂ ਕੀਤੀਆਂ ਗਈਆਂ। ਹਾਂਜੀ, ਇੱਥੇ ਸ਼੍ਰੋਮਣੀ ਕਮੇਟੀ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਸੀ। ਜੇ ਕਿਸੇ ਨੇ ਮਨਮੋਹਨ ਸਿੰਘ ਦਾ ਐਜ਼ ਏ ਪ੍ਰਾਈਮ ਮਿਨਿਸਟਰ ਵਿਰੋਧ ਕਰਨਾ ਸੀ ਤਾਂ ਉਹਦੇ ਲਈ ਹੋਰ ਬਹੁਤ ਸਾਰੇ ਰਸਤੇ
에ਅਰਪੋਰਟ ਵੀ ਸੀ, ਹੋਰ ਵੀ ਜਗ੍ਹਾ ਤੇ ਮਨਮੋਹਨ ਸਿੰਘ ਪੰਜਾਬ ਵਿੱਚ ਪਹਿਲਾਂ ਵੀ ਗੇੜੇ ਮਾਰ ਗਿਆ, ਉਦੋਂ ਕਰ ਲੈਣਾ ਚਾਹੀਦਾ ਸੀ ਜੀ। ਨਾ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਮਨਮੋਹਨ ਸਿੰਘ ਆਪਣੀ ਧਰਮ ਪਤਨੀ ਦੇ ਨਾਲ ਇੱਕ ਨਾਰਮਲ ਵਿਜ਼ਿਟ ਲਈ ਮੱਥਾ ਟੇਕਣ ਵਾਸਤੇ, ਨਮਸਕਾਰ ਕਰਨ ਵਾਸਤੇ ਆਇਆ ਸੀ। ਹਾਂਜੀ, ਇਹ ਉਹਨਾਂ ਦੀ ਗਿਣੀ ਮਿੱਥੀ ਚਾਲ ਆ। ਇਹਦਾ ਸਾਨੂੰ ਜਿੱਥੇ ਅਸੀਂ ਵਿਰੋਧ ਕਰਦੇ ਹਾਂ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿੱਦਾਂ ਪਹਿਲੇ ਬੁਲਾਰਿਆਂ ਨੇ ਕਿਹਾ, ਨੂੰ ਵੀ ਸਖਤ ਐਕਸ਼ਨ ਲੈਣਾ ਚਾਹੀਦਾ ਸੀ ਜੀ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਸੱਜਣ ਬਹੁਤ ਹੈਗੇ ਜਿਹੜੇ ਇਹਨੂੰ ਰੋਕ ਸਕਦੇ ਸੀ। ਹਾਂਜੀ, ਪਰ ਅੰਨਾ ਹਜ਼ਾਰੇ ਦੀ ਟੀਮ ਨੂੰ ਹੁਣ ਵੀ ਜਿਹੜਾ ਸੱਦਿਆ ਗਿਆ ਪੰਜਾਬ ਵਿੱਚ, ਉਹ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਹਿੱਤ ਵਾਸਤੇ ਸੱਦਿਆ ਵੀ ਉਹਨਾਂ ਦੇ ਉਹ ਹਿੱਤ ਵਿੱਚ ਪ੍ਰਚਾਰ ਕਰਨ। ਹਾਂਜੀ, ਤੇ ਇਸ ਕਰਕੇ ਸੱਦਿਆ ਵੀ ਅਸੀਂ ਸਿੱਖਾਂ ਨੂੰ ਇਹ ਸਾਰੀ ਆਪਣੀ ਫੁੱਟ ਦੇ ਕਾਰਨ ਇਹ ਹੋ ਰਿਹਾ। ਹਾਂਜੀ, ਪਰ ਸਾਨੂੰ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਨੀ ਚਾਹੀਦੀ ਆ ਤੇ ਪੰਜਾਬ ਦੇ ਸਿੱਖਾਂ ਨੂੰ ਹੋਰ ਵੀ ਤਕੜੇ ਹੋਣਾ ਚਾਹੀਦਾ। ਦੂਸਰੀ ਗੱਲ, ਜਿਵੇਂ ਧਰਮ ਤੋਂ ਸਾਡੇ ਧਰਮ ਨੂੰ ਜਾਂ ਸ਼੍ਰੀ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਈ ਵੀ ਚਾਲ ਚੱਲੀ ਜਾਂਦੀ ਆ, ਜਿਵੇਂ ਧਮੜੈਤ ਸਾਹਿਬ ਗੱਲ ਇਹ ਵੀ ਹੈਗੀ ਹੈ ਨਾ ਕਿ ਜਿਹੜੇ ਨੌਜਵਾਨਾਂ ਨੇ ਜਿਹੜੇ ਦਰਬਾਰ ਸਾਹਿਬ ਦਾ ਨੇ ਅਪਮਾਨ ਕੀਤਾ, ਪ੍ਰਕਰਮਾਂ ਦੇ ਵਿੱਚ ਨਾਅਰੇ ਲਾਏ, ਉਹਦਾ ਜਿਹੜਾ ਅਸੀਂ ਗਲਤੀ ਦਾ ਅਹਿਸਾਸ ਕਰਾਇਆ, ਉਹਨਾਂ ਤੋਂ ਮਾਫੀ ਮੰਗਾਈ, ਉਹਨਾਂ ਸਾਰੇ ਸਿੰਘਾਂ ਤੇ ਪਤਾ ਨਹੀਂ ਕਿੰਨੇ ਕੁ ਕੇਸ ਪਾ ਦਿੱਤੇ ਆ। ਉਹੀ ਸਰਕਾਰ ਦੀ ਚਾਲ ਆ ਨਾ। ਫਿਰ ਸਾਡੀ ਅਸੀਂ ਕਹਿ ਤਾਂ ਦਿੰਦੇ ਆ ਵੀ ਸਾਡੀ ਆਪਣੀ ਸਰਕਾਰ ਆ, ਪਰ ਇੱਥੇ ਆਪਣੀ ਅਕਾਲੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਆਪਣੇ ਨੌਜਵਾਨ ਸਿੰਘਾਂ ਨੇ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਮਰਜ਼ਾਦਾ ਨੂੰ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਇਹ ਉਦਮ ਉਪਰਾਲਾ ਕੀਤਾ, ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਸੀ ਕਿ ਤੁਸੀਂ ਵੀ ਇਹ ਚੰਗਾ ਕੰਮ ਕੀਤਾ, ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਤੇ ਮਰਜ਼ਾਦਾ ਨੂੰ ਕਾਇਮ ਕੇ ਰੱਖਿਆ। ਇਹਨਾਂ ਨੂੰ ਇਹ ਯਾਦ ਹੋਣਾ ਚਾਹੀਦਾ ਵੀ ਸ਼੍ਰੀ ਦਰਬਾਰ ਸਾਹਿਬ ਦੇ ਚਾਰੇ ਰਸਤੇ ਹਰ ਇੱਕ ਧਰਮ ਲਈ, ਹਰ ਇੱਕ ਇਨਸਾਨ ਲਈ 24 ਘੰਟੇ ਖੁੱਲੇ ਆ। ਜੇ ਇਹਨਾਂ ਨੇ ਵਿਰੋਧਤਾ ਕਰਨੀ ਸੀਗੀ ਤਾਂ ਉਹ ਪਾਪੀ ਦੀ, ਅਡਵਾਨੀ ਦੀ ਕਰਦੇ, ਜਿਹੜਾ ਆਪਣੀ ਕਿਤਾਬ ਵਿੱਚ ਸ਼ਰੇਆਮ ਕਹਿ ਰਿਹਾ ਕਿ ਮੈਂ ਇੰਦਰਾ ਗਾਂਧੀ ਭਾਵੇਂ ਅਟੈਕ ਕਰਨਾ ਚਾਹੁੰਦੀ ਸੀ ਜਾਂ ਨਹੀਂ ਚਾਹੁੰਦੀ ਸੀ, ਅਸੀਂ ਜ਼ੋਰ ਨਾਲ ਉਹਦੇ ਕੋਲੋਂ ਪ੍ਰੈਸ਼ਰ ਪਾ ਕੇ ਕਰਵਾਇਆ, ਹੈ ਨਾ। ਸੋ ਇਸ ਕਰਕੇ ਜਿਹਦਾ ਵਿਰੋਧ ਕਰਨਾ ਚਾਹੀਦਾ ਉਹਦਾ ਅਸੀਂ ਕਰਦੇ ਨਹੀਂ, ਜਿਹਦਾ ਨਹੀਂ ਕਰਨਾ, ਮੈਂ ਸਿੱਖ ਕਰਕੇ ਮਨਮੋਹਨ ਸਿੰਘ ਦੀ ਨਹੀਂ ਗੱਲ ਕਰ ਰਿਹਾ, ਉੱਥੇ ਕੋਈ ਵੀ ਪਰਿਵਾਰਕ ਤੌਰ ਤੇ ਦਰਬਾਰ ਸਾਹਿਬ ਵਿੱਚ ਆਵੇ, ਸਾਡਾ ਸਿੱਖਾਂ ਦਾ ਫਰਜ਼ ਬਣਦਾ ਕਿ ਅਸੀਂ ਇਹਨੂੰ ਇੱਜ਼ਤ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਦੇਈਏ। ਬਹੁਤ ਧੰਨਵਾਦ ਜੀ ਧਮੜੈਤ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਰੀਆਂ ਸੰਗਤਾਂ ਨੇ ਫੋਨ ਕਰਕੇ ਵੀ ਆਪਣੇ ਸੁਝਾਅ ਦਿੱਤੇ ਹੈ, ਔਰ ਅਸੀਂ ਦੱਸ ਦਈਏ ਕਿ ਕਾਫੀ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਸ਼ੁਰੂ ਤੋਂ, ਜਿਵੇਂ ਅਕਾਲੀ ਦਲ ਦੀ ਗੱਲ ਕਰਦੇ ਹੈਗੇ ਆ, ਇਹਨਾਂ ਪਰਿਵਾਰਾਂ ਦੇ ਜਿਹੜੇ ਹੈਗੇ ਆ ਬਜ਼ੁਰਗ ਜਿਹੜੇ ਹੈਗੇ ਆ, ਉਹਨਾਂ ਨੇ ਅਕਾਲੀ ਦਲ ਦੇ ਮੋਰਚਿਆਂ ਦੇ ਵਿੱਚ ਸੇਵਾਵਾਂ ਕੀਤੀਆਂ ਹੈਗੀਆਂ, ਲੇਕਿਨ ਅੱਜ ਅਕਾਲੀ ਦਲ ਅਗਰ ਮਰਿਆਦਾ ਦੀ ਉਲੰਘਣਾ ਕਰ ਰਹੇ ਹੈਗੇ ਆ, ਜੋ ਮਰਿਆਦਾ ਦੀ ਉਲੰਘਣਾ ਕਰਦੇ ਉਹਨਾਂ ਦਾ ਸਾਥ ਦੇ ਰਹੇ ਆ, ਤਾਂ ਇਹ ਗੱਲਾਂ ਕਰਨੀਆਂ ਪੈਂਦੀਆਂ ਹੈਗੀਆਂ। ਸੱਚ ਦੀਆਂ ਗੱਲਾਂ ਹੈਗੀਆਂ ਕਿ ਜਿਵੇਂ ਸਰਦਾਰ ਮਨਮੋਹਨ ਸਿੰਘ ਜੀ ਇੱਕ ਪਰਿਵਾਰਕ ਦੌਰੇ 'ਤੇ ਆਏ ਅਤੇ ਉਹਨਾਂ ਦੇ ਸੰਬੰਧ ਵਿੱਚ ਅੰਨਾ ਹਜ਼ਾਰੇ ਟੀਮ ਨੇ ਜੋ ਦਰਬਾਰ ਸਾਹਿਬ ਦੇ ਵਿੱਚ ਨਾਅਰੇ ਲਾ ਕੇ ਮੁਰਦਾਬਾਦ ਦੇ, ਇੱਕ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ, ਉੱਥੋਂ ਦੀ ਸ਼ਾਂਤੀ ਨੂੰ ਭੰਗ ਕੀਤਾ, ਉਹਦੇ ਅਗੇਂਸਟ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰ ਜੀ ਵੱਲੋਂ ਬਿਆਨ ਤਾਂ ਦਿੱਤੇ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬਿਆਨ ਦਿੱਤੇ ਕਿ ਇਹਨਾਂ ਦੇ ਅਗੇਂਸਟ ਅਸੀਂ ਕੇਸ ਰਜਿਸਟਰਡ ਕਰਾਵਾਂਗੇ, ਪਰ ਕੋਈ ਕੇਸ ਰਜਿਸਟਰਡ ਨਹੀਂ ਕਰਾਇਆ ਗਿਆ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਨੌਜਵਾਨਾਂ ਨੇ ਅਗਰ ਉਹਨਾਂ ਨੂੰ, ਜਿਹੜੇ ਅੰਨਾ ਹਜ਼ਾਰੇ ਟੀਮ ਨੂੰ ਜਲੰਧਰ ਰੱਥ ਯਾਤਰਾ ਰੋਕ ਕੇ ਅਹਿਸਾਸ ਕਰਾਇਆ ਕਿ ਤੁਸੀਂ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ, ਉਹਨਾਂ ਤੋਂ ਮਾਫੀ ਮੰਗਾਈ, ਉਹਨਾਂ ਨੂੰ ਗਲਤੀ ਦਾ ਅਹਿਸਾਸ ਕਰਾਇਆ, ਪਰ ਉੱਥੋਂ ਦੀ ਸਰਕਾਰ ਵੱਲੋਂ, ਜੋ ਇਸ ਟਾਈਮ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆ, ਉਹਨਾਂ ਵੱਲੋਂ ਬਹੁਤ ਸਾਰੇ ਕੇਸ ਅੱਜ ਇਹਨਾਂ ਸਿੰਘਾਂ 'ਤੇ ਪਾਏ ਗਏ ਆ। ਅਸੀਂ ਆਪਣੇ ਵੱਲੋਂ, ਸਿੱਖ ਚੈਨਲ ਵੱਲੋਂ, ਸਾਰੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦੇ ਹੈਗੇ ਆ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ, ਦਰਬਾਰ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ, ਇਹਨਾਂ ਨੌਜਵਾਨਾਂ ਨੇ ਜੋ ਕਾਰਵਾਈ ਕੀਤੀ, ਜੋ ਅੰਨਾ ਹਜ਼ਾਰੇ ਟੀਮ ਤੋਂ ਮਾਫੀ ਮੰਗਾਈ ਹੈ, ਉਹਦੇ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਔਰ ਖੁਦ ਸ਼੍ਰੋਮਣੀ ਅਕਾਲੀ ਦਲ ਜੋ ਬਾਦਲ ਹੈ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਕਿ ਇਹ ਜਿਹੜੀ ਹੈ ਮਰਿਆਦਾ ਨੂੰ ਮੁੱਖ ਰੱਖਦੇ ਹੋ ਇਹਨਾਂ ਨੌਜਵਾਨਾਂ ਨੇ ਜੋ ਸੇਵਾ ਕੀਤੀ ਹੈ, ਇਹਨਾਂ ਦੇ ਕੇਸ ਵਾਪਸ ਹੋਣੇ ਚਾਹੀਦੇ ਹੈਗੇ ਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪ ਇਹ ਨੌਜਵਾਨਾਂ ਦੇ ਕੇਸ ਵਾਪਸ ਕਰਵਾ ਕੇ ਔਰ ਇਹਨਾਂ ਨੌਜਵਾਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੁਲਾ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਆ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸੇਵਾ ਨਿਭਾਈ ਹੈਗੀ ਹੈ। ਇਹ ਨੌਜਵਾਨ ਸਜ਼ਾ ਦੇ ਨਹੀਂ, ਇਹ ਮਾਣ ਦੇ, ਸਤਿਕਾਰ ਦੇ ਹੱਕਦਾਰ ਹੈਗੇ ਆ। ਪੂਰੇ ਸਿੱਖ ਚੈਨਲ ਦੀ ਟੀਮ ਵੱਲੋਂ, ਸਾਰੀਆਂ ਸੰਗਤਾਂ ਵੱਲੋਂ, ਸਿੱਖ ਚੈਨਲ ਦੇ ਵਿਊਵਰਸ ਵੱਲੋਂ
ਔਰ ਜਿਨ੍ਹਾਂ ਨੇ ਫੋਨ ਕਾਲ ਕੀਤੇ ਹੈਗੇ, ਸਾਰਿਆਂ ਵੱਲੋਂ ਇਹਨਾਂ ਨੌਜਵਾਨਾਂ ਦਾ, ਇਹਨਾਂ ਗੁਰਸਿੱਖਾਂ ਦਾ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹੈਗੇ ਹਾਂ, ਅਸੀਂ ਸਨਮਾਨ ਕਰਦੇ ਹੈਗੇ ਹਾਂ। ਜਦੋਂ ਵੀ ਪਰਮਿੰਦਰਪਾਲ ਸਿੰਘ ਜੀ ਖਾਲਸਾ, ਸੁਰਿੰਦਰਪਾਲ ਸਿੰਘ ਜੀ ਗੋਲਡੀ ਇੰਗਲੈਂਡ ਦੌਰੇ 'ਤੇ ਆਉਂਦੇ ਹੈਗੇ ਆ, ਅਸੀਂ ਸਿੱਖ ਚੈਨਲ ਦੇ ਵਿੱਚ ਬੁਲਾ ਕੇ ਇਹਨਾਂ ਨੂੰ ਪੂਰਾ ਸਮਾਂ ਦੇਵਾਂਗੇ। ਇਹ ਸੰਗਤਾਂ ਦੇ ਰੂਬਰੂ ਹੋਣਗੇ, ਇਹਨਾਂ ਦਾ ਸੰਗਤਾਂ ਵੱਲੋਂ ਸਨਮਾਨ ਕੀਤਾ ਜਾਏਗਾ। ਅੱਜ ਜਿਨ੍ਹਾਂ ਨੇ ਫੋਨ ਕਾਲ ਕਰਕੇ ਆਪਣੀ ਹਾਜ਼ਰੀ ਲਵਾਈ ਹੈ, ਆਪਣੇ ਵਿਚਾਰ ਦਿੱਤੇ ਆ, ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ, ਕਈ ਮੇਰੇ ਵੀਰ ਭੈਣ ਭਰਾ ਵੇਟਿੰਗ 'ਚ ਹੈਗੇ ਹੈ, ਅਸੀਂ ਉਹਨਾਂ ਦੇ ਫੋਨ ਕਾਲ ਨਹੀਂ ਲੈ ਸਕੇ, ਉਹਨਾਂ ਕੋਲੋਂ ਅਸੀਂ ਖਿਮਾ ਚਾਹਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਦਾਸ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਖਿਮਾ ਮੰਗਦੇ ਹਾਂ। ਅਗਰ ਕੋਈ ਗਲਤੀ ਰਹਿ ਗਈ ਹੋਏ, ਤਰੁੱਟੀ ਰਹਿ ਗਈ ਹੋਏ, ਜਾਂ ਕਿਸੇ ਦੀ ਸ਼ਾਨ ਦੇ ਅਗੇਂਸਟ ਕੋਈ ਸ਼ਬਦ ਨਿਕਲੇ ਗਏ ਹੋਏ, ਅੱਜ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਦੂਸਰੀ ਬੇਨਤੀ ਇਹ ਕਿ ਸਿੱਖ ਚੈਨਲ ਤੁਹਾਡੀਆਂ ਸੇਵਾਵਾਂ ਸਦਕਾ, ਤੁਹਾਡੇ ਸਹਿਯੋਗ ਸਦਕਾ ਚੱਲ ਰਿਹਾ ਹੈਗਾ, ਔਰ ਸਿੱਖ ਚੈਨਲ ਨੂੰ ਲੋੜ ਹੈ ਤੁਹਾਡੇ ਸਹਿਯੋਗ ਦੀ। ਤੁਸੀਂ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਵੋ, ਵੱਧ ਤੋਂ ਵੱਧ ਆਪਣਾ ਮੈਂਬਰਸ਼ਿਪ, ਡਾਇਰੈਕਟ ਡੈਬਿਟ ਜਿਹੜੇ ਸੈਟਅਪ ਕਰਵਾ ਕੇ, ਮਾਇਕ ਸਹਾਇਤਾ ਦੇ ਕੇ ਤੇ ਸਿੱਖ ਚੈਨਲ ਦੀ ਸੇਵਾ ਕਰੋ, ਤਾਂ ਕਿ ਸਿੱਖ ਚੈਨਲ ਇਸੇ ਤਰ੍ਹਾਂ ਵੱਧ ਚੜ੍ਹ ਕੇ ਤੁਹਾਡੀ ਸੇਵਾ ਕਰਦਾ ਰਹੇ, ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹੇ, ਔਰ ਪੰਜਾਬ ਦੇ ਜਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਾਡੇ ਕੋਈ ਮਸਲੇ ਉਹਨਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵੇ, ਔਰ ਸੰਗਤਾਂ ਨੂੰ ਇਹਨਾਂ ਮਸਲਿਆਂ ਤੋਂ ਅਵੇਅਰ ਕਰਾਵੇ, ਔਰ ਇਸੇ ਤਰ੍ਹਾਂ ਹੀ ਤੁਹਾਡੀਆਂ ਸੇਵਾਵਾਂ ਸਿੱਖ ਚੈਨਲ ਕਰਦਾ ਰਹੇਗਾ। ਆਓ ਅਸੀਂ ਲੈਂਦੇ ਤੁਹਾਡੇ ਤੋਂ ਇਜਾਜ਼ਤ, ਇੱਥੇ ਹੀ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।